हेलो मैम, मनिंदर मैम, अनम्यूट करियो जी। मैम थोड़ा सेशन है जी। हेलो जी जी मैम थोड़ा सेशन है। हाँ जी मैम, हाँ जी मैम, मेरा ही है जी। ओके ओके ठीक है जी। मैम आप हाँ स्क्रीन कर दियो शो फर्स्ट स्लाइड। हाँ जी, एक मिनट। जी मैम, शेयर हो गई स्क्रीन मेरी? हाँ जी होगी जी, ठीक है जी। सब 2-3 मिनट स्टार्ट कर दें, ठीक है जी। हाँ जी हाँ जी। हेलो हेलो। जी मैम आ रही है, वॉइस आ रही है। ठीक है जी। स्क्रीन मैम आज पूरी नहीं शेयर हो रही, मतलब फुल स्क्रीन नहीं हो रही। लैपटॉप ਤੇ ਹੋ ਮੈਮ? मैम टैब है मेरे को। ਓਕੇ ਜਾਂ ਇਹਦੇ ਵਿੱਚ ਸਕਰੀਨ ਆਪਣਾ ਸਲਾਈਡ ਸ਼ੋ ਕਰ ਲੈਣਾ ਸੀਗਾ ਜੀ। ਸਲਾਈਡ ਸ਼ੋ हैंड क्लिक ਨਾਲ ਉਹ ਅੱਗੇ मैम ਜਾਏਗਾ। अगे भी मैं पीडीएफ से ऐदा ही कर दी जिवें अज कीता। चलो कोई गल नहीं, ठीक है, थोड़ा छोटा ही है, नो प्रॉब्लम। ਤੁਸੀਂ ਸਕਰੀਨ ਨੂੰ ਥੋੜਾ ਜ਼ੂਮ ਹੈਂਡ ਨਾਲ ਕਰ ਦੋ ਨਾ, ਥੋੜਾ ਇਨਲਾਰਜ ਕਰ ਦੋ ਸਕਰੀਨ ਨੂੰ, ਇਸ ਤਰ੍ਹਾਂ ਪਿੰਚ ਕਰ ਲਓ। ਹਾਂ ਉਹ ਕਰੋ ਜਰਾ। ठीक, एक मिनट। हाँ करके देखियो। कट रही है साइड को ना। अच्छा बट हुन ठीक नजर आ रहा है, बिल्कुल क्लियर है थोड़ा फॉन्ट अच्छा, रीडेबल है। चलो ठीक रीडेबल है है जी। जी। ओके ठीक है जी, ठीक, ओके। जी मैम स्टार्ट कर दो जी। Hello, good morning all participants. First of all, I want to thank my Department of Technical Education and Industrial Training platform on Mini, ਜਿਸ ਦੀ ਵਜ੍ਹਾ ਨਾਲ ਮੈਂ ਤੁਹਾਡੇ ਸਾਰਿਆਂ ਦੇ ਨਾਲ ਰੂਬਰੂ ਹੋ ਰਹੀ ਹਾਂ ਔਰ ਸਾਡਾ ਸਿਲੇਬਸ ਕਵਰ ਕਰਨ ਦੇ ਵਿੱਚ ਸਾਡੀ ਹੈਲਪ ਕਰ ਰਹੀ ਹਾਂ। ਮੇਰਾ ਅੱਜ ਟੌਪਿਕ ਹੈ ਟੱਗ ਗੈਦਰਸ ਪਲੇਅਰਸ ਐਂਡ ਪਲੇਸ, ਜੋ ਕਿ ਸਾਡੇ ਸਿਲੇਬਸ ਦੇ ਵਿੱਚ ਵੀਕ ਨੰਬਰ 18 ਦੇ ਵਿੱਚ ਆਉਂਦਾ ਹੈ। ਹੁਣ ਮੈਂ ਤੁਹਾਨੂੰ ਥੋੜੀ ਜਿਹੀ ਆਪਣੀ ਆਈਟੀਆਈ ਦੇ ਬਾਰੇ, ਸੰਸਥਾ ਦੇ ਬਾਰੇ ਵਿੱਚ ਇੰਟਰੋਡਕਸ਼ਨ ਦੇਣਾ ਚਾਹਾਂਗੀ। ਮੈਂ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਅਨੰਦਪੁਰ ਸਾਹਿਬ ਵਿਖੇ ਕੰਮ ਕਰਦੀ ਹਾਂ। ਸਾਡੀ ਸੰਸਥਾ ਵਿੱਚ ਚੱਲਣ ਵਾਲੀਆਂ ਟ੍ਰੇਡਸ ਹਨ ਟੀਚਰ ਟ੍ਰੇਨਿੰਗ ਕੋਰਸ, ਪੰਜਾਬੀ ਸਟੈਨੋਗ੍ਰਾਫੀ, ਸਿਵਿੰਗ ਟੈਕਨੋਲੋਜੀ,
SOT, embroidery, copa trade, plumber, electrician, diesel mechanic ਅਤੇ painter trade। ਇਹਨਾਂ ਸਾਰੀਆਂ ਟ੍ਰੇਡਸ ਦੇ ਵਿੱਚ ਦਾਖਲਾ ਲੈਣ ਲਈ ਤੁਸੀਂ ਸਾਡੇ ਪ੍ਰਿੰਸੀਪਲ ਸਰ ਨੂੰ ਕੰਟੈਕਟ ਕਰ ਸਕਦੇ ਹੋ। ਉਹਨਾਂ ਦਾ ਕੰਟੈਕਟ ਨੰਬਰ ਸਕਰੀਨ ਦੇ ਉੱਤੇ ਸ਼ੋ ਹੋ ਰਿਹਾ ਹੈ। ਉਹਦੇ ਦੁਆਰਾ ਐਡਮਿਸ਼ਨ ਦੇ ਵਿੱਚ ਸਾਡੀ ਹੈਲਪ ਹੋ ਸਕਦੀ ਹੈ। ਹੁਣ ਮੈਂ ਗੱਲ ਕਰਾਂਗੀ ਸਾਡੇ ਨਾਲ ਪੰਜਾਬ ਸਰਕਾਰ ਦੇ ਚਲਾਏ ਹੋਏ ਮਿਸ਼ਨ ਫਤਿਹ ਦੇ ਰਿਗਾਰਡਿੰਗ ਵੀ। ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਕਰੋਨਾ ਵਾਇਰਸ ਮਹਾਮਾਰੀ ਪੂਰੇ ਵਰਲਡ ਵਿੱਚ ਫੈਲੀ ਹੋਈ ਹੈ। ਉਸਦੇ ਚਲਦੇ ਹੋਏ ਪੰਜਾਬ ਸਰਕਾਰ ਨੇ ਇਸ ਮਹਾਮਾਰੀ ਦਾ ਖਾਤਮਾ ਕਰਨ ਦੇ ਲਈ ਮਿਸ਼ਨ ਫਤਿਹ ਦੀ ਸ਼ੁਰੂਆਤ ਕੀਤੀ, ਜਿਸ ਵਿੱਚ ਕਿ ਅਸੀਂ ਤੁਸੀਂ ਸਾਰੇ ਅਗਰ ਭਾਗੀਦਾਰ ਹੋਵਾਂਗੇ ਤਾਂ ਹੀ ਅਸੀਂ ਇਸ ਬਿਮਾਰੀ ਦੇ ਨਾਲ ਲੜਨ ਵਿੱਚ ਕਾਮਯਾਬ ਹੋ ਸਕਦੇ ਹਾਂ। ਇਹਦੇ ਬਾਰੇ ਮੈਂ ਇਹ ਕਹਿਣਾ ਚਾਹਾਂਗੀ, ਮੁੜ ਮੈਦਾਨਾਂ ਵਿੱਚ ਜੋਹਰ ਦਿਖਾਵਾਂਗੇ, ਮੁੜ ਮੈਦਾਨਾਂ ਵਿੱਚ ਜੋਹਰ ਦਿਖਾਵਾਂਗੇ, ਮੁੜ ਕਾਰੋਬਾਰ ਚਲਾਵਾਂਗੇ, ਦੂਰੀ ਸਬਰ ਤੇ ਸਫਾਈ ਰੱਖ, ਦੂਰੀ ਸਬਰ ਤੇ ਸਫਾਈ ਰੱਖ, ਅਸੀਂ ਕਰੋਨਾ ਉੱਤੇ ਵੀ ਫਤਿਹ ਪਾਵਾਂਗੇ, ਅਸੀਂ ਕਰੋਨਾ ਉੱਤੇ ਵੀ ਫਤਿਹ ਪਾਵਾਂਗੇ। ਇਸ ਮਿਸ਼ਨ ਦੇ ਤਹਿਤ ਸਾਨੂੰ ਸਾਰਿਆਂ ਨੂੰ ਕੀ ਕਰਨ ਦੀ ਲੋੜ ਹੈ? ਆਓ ਕੁਝ ਗੱਲਾਂ ਅਸੀਂ ਪ੍ਰੋਟੋਕਾਲ ਦੀਆਂ ਸ਼ੇਅਰ ਕਰ ਲਈਏ, ਜਿਸ ਵਿੱਚ ਸਰਕਾਰ ਵੱਲੋਂ ਸਾਨੂੰ ਬਾਰ-ਬਾਰ ਹੱਥ ਧੋਣ ਦੀ ਨਸੀਹਤ ਦਿੱਤੀ ਜਾਂਦੀ ਹੈ। ਹੱਥ ਧੋਣ ਲਈ ਸਾਨੂੰ ਘੱਟੋ ਘੱਟ ਸੈਕਿੰਡ ਉਹਨਾਂ ਨੂੰ ਕਿਸੇ ਅੱਛੇ ਸਾਬਣ ਜਾਂ ਹੈਂਡ ਨਾਲ 20 ਸੈਕਿੰਡ ਲਈ ਅੱਛੀ ਤਰ੍ਹਾਂ ਮਲ ਕੇ ਧੋਣਾ ਚਾਹੀਦਾ ਹੈ। ਉਸ ਤੋਂ ਬਾਅਦ ਆਪਣੇ ਹੱਥਾਂ ਨੂੰ ਅਗਰ ਸਾਡੇ ਕੋਲ ਸਾਬਣ ਨਹੀਂ ਹੈ ਤਾਂ ਸੈਨੀਟਾਈਜ਼ ਕਰਦੇ ਰਹਿਣਾ ਚਾਹੀਦਾ। ਬਾਰ-ਬਾਰ ਸਾਨੂੰ ਹਰ ਸਮੇਂ ਘਰ ਤੋਂ ਬਾਹਰ ਨਿਕਲਣ ਸਮੇਂ ਮਾਸਕ ਦੀ ਵਰਤੋਂ ਕਰਨੀ ਚਾਹੀਦੀ ਹੈ। ਮਾਸਕ ਵਿੱਚ ਮਿਲਦਾ ਹੋਇਆ ਮਾਸਕ ਉਸਨੂੰ ਆਪਾਂ ਯੂਜ਼ ਕਰਕੇ ਸੁੱਕ ਸਕਦੇ ਹਾਂ। ਪਰ ਘਰ ਦਾ ਬਣਿਆ ਹੋਇਆ ਮਾਸਕ ਅਸੀਂ ਉਹਨੂੰ ਰੀਵਾਸ਼ ਕਰਕੇ ਧੋ ਕੇ ਦੁਬਾਰਾ ਵੀ ਵਿੱਚ ਲਾ ਸਕਦੇ ਹਾਂ। ਮਹਾਮਾਰੀ ਤੋਂ ਬਚਾਉਣ ਵਿੱਚ ਸਹਾਇਕ ਹੋ ਸਕਦੇ ਹਾਂ। ਸਭ ਤੋਂ ਮੇਨ ਇੰਪੋਰਟੈਂਟ ਕਿ ਸਾਨੂੰ ਆਪਣੇ ਸੋਸ਼ਲ ਡਿਸਟੈਂਸਿੰਗ ਦੇ ਨਾਲ ਹੀ ਅਸੀਂ ਆਪਣੇ ਆਪ ਨੂੰ ਮਿਸ਼ਨ ਵਿੱਚ ਆਪਣਾ ਯੋਗਦਾਨ ਪਾ ਸਕਦੇ ਹਾਂ। ਤੇ ਲਾਸਟ ਵਿੱਚ ਮੈਂ ਇਹ ਕਹਿਣਾ ਚਾਹਾਂਗੀ ਕਿ ਆਪਸ ਵਿੱਚ ਮਿਲਦੇ ਹੋਏ ਸਾਨੂੰ ਹੈਂਡਸ਼ੇਕ ਨਹੀਂ ਕਰਨਾ ਚਾਹੀਦਾ, ਇੱਕ ਦੂਜੇ ਨਾਲ ਹੱਥ ਨਹੀਂ ਮਿਲਾਉਣਾ ਚਾਹੀਦਾ, ਜੱਫੀ ਪਾ ਕੇ ਨਹੀਂ ਮਿਲਣਾ ਚਾਹੀਦਾ। ਔਰ ਅਗਰ ਸਾਨੂੰ ਆਪਣੀ ਸਿਹਤ ਵਿੱਚ ਕਿਸੇ ਵੀ ਤਰ੍ਹਾਂ ਦੇ ਕੋਈ ਸਿੰਪਟਮ ਲੱਗਦੇ ਹੈ ਕਰੋਨਾ ਵਾਇਰਸ ਦੇ ਨਾਲ ਮਿਲਦੇ ਜੁਲਦੇ, ਤਾਂ ਉਸ ਸਮੇਂ ਸਾਨੂੰ 104 ਨੰਬਰ ਤੇ ਕੰਟੈਕਟ ਕਰਨਾ ਚਾਹੀਦਾ, ਤਾਂ ਜੋ ਸਰਕਾਰ ਸਾਡੀ ਸਹਾਇਤਾ ਲਈ ਟਾਈਮ ਸਿਰ ਆ ਕੇ ਸਾਨੂੰ ਕਰੋਨਾ ਵਾਇਰਸ ਤੋਂ ਬਚਾਉਣ ਵਿੱਚ ਸਾਡੀ ਮਦਦ ਕਰ ਸਕੇ। ਤੇ ਇਸ ਤਰ੍ਹਾਂ ਕਰਨ ਨਾਲ ਅਸੀਂ ਆਪਣੀ ਸੋਸਾਇਟੀ, ਆਪਣੇ ਆਪ ਨੂੰ, ਆਪਣੇ ਕੁਲੀਗਸ ਨੂੰ, ਆਪਣੀਆਂ ਫੈਮਲੀਜ਼ ਨੂੰ ਇਸ ਭਿਆਨਕ ਮਹਾਮਾਰੀ ਤੋਂ ਬਚਾ ਕੇ ਰੱਖ ਸਕਦੇ ਹਾਂ। ਉਮੀਦ ਹੈ ਤੁਸੀਂ ਸਾਰੇ ਇਸ ਮਿਸ਼ਨ ਫਤਿਹ ਵਿੱਚ ਆਪਣਾ ਯੋਗਦਾਨ ਪਾ ਕੇ ਆਪਣੀ ਸਰਕਾਰ ਨੂੰ, ਆਪਣੀ ਫੈਮਲੀ ਨੂੰ ਸਾਨੂੰ ਬਚਾ ਕੇ ਰੱਖੋਗੇ। ਤਾਂ ਆਓ ਅਸੀਂ ਹੁਣ ਗੱਲ ਕਰਦੇ ਹਾਂ ਅੱਜ ਦੇ ਟੌਪਿਕ ਦੇ ਬਾਰੇ। ਅੱਜ ਦਾ ਫੁੱਲਨੈਸ ਕੀ ਹੁੰਦੀ ਹੈ? ਭਰਪੂਰਤਾ। ਫੁੱਲਨੈਸ ਦਾ ਮਤਲਬ ਹੈ ਭਰਪੂਰ। मनिंदर मैम थोड़ा वॉइस का इशू आ रहा है, वॉइस प्रॉब्लम आ रही है। वॉइस मनिंदर जी थोड़ा नेटवर्क इशू है, मुझे लगता है जी, आवाज क्लियर नहीं आ रही जी, थोड़ा जिहा देखियो जरा। अच्छा पहला बिल्कुल ठीक है। स्टूडेंट्स वालों भी थोड़ा इशू आ रहा है। हाँ वॉइस ना बफर कर रही है जरा, थोड़ा जिहा रुक रुक के आ रहा साउंड। पहला स्टार्टिंग अच्छा ठीक सीगा, ਹੁਣ ਬੋਲਿਓ ਜਰਾ। ਕਿਸੇ ਏਰੀਆ ਦੀ ਪ੍ਰੋਬਲਮ ਹੋ ਸਕਦੀ ਹੈ ਮੈਮ, ਤਾਂ ਪਾਰਟਿਸਪੈਂਟਸ ਨੂੰ
नहीं पार्टिसिपेशन वालों ही मैसेज, पार्टिसिपेशन वाला मैसेज आ रहा है। जी 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 ਹਾਂਜੀ ਹਾਂਜੀ मैं उन्होंने ही कह रही हूँ कि उस कॉर्नर पे बैठो, उस जगह पे बैठो जिससे कि जी हेलो चलो ठीक। हेलो मैम। ਦਲਜੀਤ ਮੈਮ ਹਾਂਜੀ ਬੋਲਿਓ ਜੀ, ਬੋਲੋ ਜੀ। ਨੈਟਵਰਕ ਪ੍ਰੋਬਲਮ ਮੈਮ ਤੁਹਾਡੇ ਵੱਲ ਹੀ ਹੈ, ਸਾਨੂੰ ਵੀ ਨਹੀਂ ਆ ਰਹੀ ਆਵਾਜ਼। ਹਾਂ ਮੈਮ ਦਾ ਕਲੀਅਰ ਆ ਰਿਹਾ ਜੀ, ਥੋੜਾ ਜਿਹਾ। नो मैम। मैम ਹੁਣ ਦੱਸੋ ਤੁਸੀਂ ਕੀ ਕਰ ਸਕਦੇ ਆ? ਹੁਣ ਠੀਕ ਹੈ, ਵੈਸੇ ਹੁਣ ਬੈਟਰ ਆ। ਤੇ ਮੇਰੇ ਵੱਲੋਂ ਤਾਂ ਨੈਟਵਰਕ ਪੂਰਾ ठीक है मैम। ਕਰੋ, ਕੰਟੀਨਿਊ ਕਰੋ ਤੁਸੀਂ। ਮਾਈਕ ਦਾ ਥੋੜਾ ਸੈਟਿੰਗ ਦੇਖ ਲਓ, ਮਾਈਕ ਦਾ ਦੇਖ ਲਓ ਜਰਾ, ਜੇ ਕੋਈ ਮਾਈਕ ਕਿਤੇ ਫੇਸ ਦੇ ਜ਼ਿਆਦਾ ਨਜ਼ਦੀਕ ਤਾਂ ਨਹੀਂ। ਓਕੇ ਠੀਕ ਹੈ ਮੈਮ, ਕਰੋ ਕੰਟੀਨਿਊ ਜੀ, ਕਰੋ। Fullness is introduced into garments for various reasons, such as statement change कर लिया। हेलो जी मैम, जी जी हेलो ठीक है मैम, करो आवाज आ कंटिन्यू। हाँ जी हाँ जी हाँ जी, कंटिन्यू करो जी जी, ठीक है जी, बेटर। ओके sorry for interruption. Fullness is introduced into garments for various reasons, such as to give good shape and proper to allow freedom of movement and comfort to the wearer. ਪਹਿਨਣ ਵਾਲੇ ਨੂੰ ਉਹਦੇ ਵਿੱਚ ਕੰਫਰਟੇਬਲ ਲੱਗੇ ਤੇ ਜਿਹੜੀ ਲੁੱਕ ਹੈ ਉਹ ਖਿੱਚਤਪੂਰ ਲੱਗੇ, ਅਟਰੈਕਟਿਵ ਲੱਗੇ, ਉਹਦੇ ਲਈ ਫੁੱਲਨੈਸ ਦੀ ਵਰਤੋਂ ਕੀਤੀ ਜਾਂਦੀ ਹੈ। ਫੁੱਲਨੈਸ ਨੂੰ ਕਿਸੇ ਵੀ ਡਰੈਸ ਦੇ ਵਿੱਚ ਅਮਲ ਵਿੱਚ ਲਿਆਉਣ ਲਈ। ਹੁਣ ਗੱਲ ਕਰਦੇ ਹਾਂ ਸਟੋਕ ਫੁੱਲਨੈਸ ਬਾਰੇ। ਫੁੱਲਨੈਸ ਅਸੀਂ ਕਿਸੇ ਵੀ ਡਰੈਸ ਦੇ ਵਿੱਚ ਸਭ ਤੋਂ ਪਹਿਲਾਂ ਹੈ ਅਸੀਂ ਕਿਸੇ ਵੀ ਡਰੈਸ ਦੇ ਵਿੱਚ, ਚਾਹੇ ਉਹ ਲੇਡੀਜ਼ ਹੋਵੇ, ਕਿਡਸ ਡਰੈਸ ਹੋਵੇ ਜਾਂ ਜੈਂਟਸ ਡਰੈਸ ਹੋਵੇ, ਵੂਮਨ ਡਰੈਸਿਸ ਦੇ ਵਿੱਚ ਸਾਡੇ ਕੋਲ ਅਸੀਂ ਉਹਦੇ ਵਿੱਚ ਫੁੱਲਨੈਸ ਲਿਆ ਸਕਦੇ ਹਾਂ। ਨੈਕਸਟ ਹੈ ਸਾਡੇ ਕੋਲ ਟਕਸ। ਟਕਸ ਦੇ ਨਾਲ ਵੀ ਅਸੀਂ ਕਾਫੀ ਸਾਰੇ ਕੱਪੜੇ ਨੂੰ ਅਸੀਂ ਇਕੱਠਾ ਕਰਕੇ ਉਹਨਾਂ ਨੂੰ ਟਕਸ ਦੇ ਰੂਪ ਵਿੱਚ ਸ਼ੋ ਸਕਦੇ ਹਾਂ ਕਿ ਅਸੀਂ ਇਸ ਡਰੈਸ ਵਿੱਚ ਪਾ ਸਕਦੇ ਹਾਂ। ਉਸ ਤੋਂ ਬਾਅਦ ਹੈ ਗੈਦਰਸ। ਗੈਦਰਸ ਵਿੱਚ ਇਕੱਠਾ ਕਰਕੇ ਚਾਹੇ ਉਸਨੂੰ ਹੱਥ ਨਾਲ ਪਾਈਏ ਜਾਂ ਚਾਹੇ ਅਸੀਂ ਉਸਨੂੰ ਪਲਾਸਟਿਕ ਦੇ ਨਾਲ ਕਰੀਏਟ ਕਰੀਏ, ਉਹਦੇ ਨਾਲ ਅਸੀਂ ਗੈਦਰਸ ਦਾ ਦੇਖ ਸਕਦੇ ਹਾਂ। ਸ਼ੇਰਿੰਗ। ਸ਼ੇਰਿੰਗ ਦੇ ਵਿੱਚ ਵੀ ਇਹ ਵੀ ਇੱਕ ਟਾਈਪ ਹੈ ਸਾਡੇ ਕੋਲ ਫੁੱਲਨੈਸ ਲਿਆਉਣ ਦੀ। ਨੈਕਸਟ ਸਾਡੇ ਕੋਲ ਫਿਲਰ। ਫਿਲਰ ਦਾ ਮਤਲਬ ਹੈ ਘੇਰਾ। ਘੇਰੇ ਨੂੰ ਅਸੀਂ ਫੁੱਲਨੈਸ ਦੇ ਵਿੱਚ ਕਾਊਂਟ ਕਰ ਸਕਦੇ ਹਾਂ, ਕਿਉਂਕਿ ਕਿਸੇ ਵੀ ਡਰੈਸ ਦਾ ਘੇਰਾ ਵਧਾ ਕੇ ਉਸਨੂੰ ਛੋਟਾ ਕਰਕੇ ਜਾਂ ਉਸਨੂੰ ਹੋਰ ਜ਼ਿਆਦਾ ਡਬਲ ਕਰਕੇ ਅਸੀਂ ਉਹਦਾ ਘੇਰਾ ਵਧਾ ਸਕਦੇ ਹਾਂ। ਤੇ ਲਾਸਟ ਹੈ ਸਾਡੇ ਕੋਲ ਆਪਸ਼ਨ ਸਮੋਕਿੰਗ। ਸਮੋਕਿੰਗ ਦੇ ਨਾਲ ਵੀ ਅਸੀਂ ਕੱਪੜੇ ਵਿੱਚ ਫੁੱਲਨੈਸ ਕ੍ਰੀਏਟ ਕਰਕੇ ਉਸਨੂੰ ਅਟਰੈਕਟਿਵ ਬਣਾ ਸਕਦੇ ਹਾਂ, ਜਿਸ ਨਾਲ ਕਿ ਸਾਡੀ ਜਿਹੜੀ ਡਰੈਸ ਆ ਉਸਦੀ ਫਿਟਿੰਗ ਬਹੁਤ ਵਧੀਆ ਹੁੰਦੀ ਹੈ ਤੇ ਬਹੁਤ ਇੰਪ੍ਰੈਸਿਵ ਲੱਗਦੀ ਹੈ। ਹੁਣ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਟਕਸ ਦੇ ਬਾਰੇ। ਇਸ ਫੋਟੋ ਵਿੱਚ ਤੁਸੀਂ ਦੇਖ ਸਕਦੇ ਹੋ
कि इस ड्रेस के विच टक्स पाए हुए ने। टक्स आर नथिंग बट अ फोल्ड ऑफ फैब्रिक स्टिच्ड बाय मशीन ऑन द राइट साइड ऑफ द गारमेंट। टक्स कपड़े के उत्ते मशीन द्वारा सीधी साइड के उत्ते पाए जाते हैं। The to shape the garments to suit the body. That's on the main purpose की होता है कि असी जिहड़ी ड्रेस है उन्होंने असी बॉडी की शेप के अकॉर्डिंगली fullness and to add decorative touch to the garment. ताजो जिहड़ा कपड़ा है वो फुलनेस भी क्रिएट कर सके ते ओदे नाल साडे ड्रेस नू एक डेकोरेटिव टच भी मिल सके। दे कैन बी स्टिच्ड इन pieces singly or in graduated। इन्हां नू असीं सिंगल भी पा सकदे हां, ग्रुप दे विच भी पा सकदे हां, ये किसी भी तरीके नाल पाए हुए सोहणे लगदे ने। हुण असीं गल करदे हां टाइप्स ऑफ फैब्रिक बारे। तो साडे हुंदे हन जिन्हां दे विच साडे कोल पिन टक्स है, क्रॉस टक्स, पाइप टक्स, शेल टक, डायमंड टक एंड वेव टक्स। हुण असीं देखदे हां कि पिन टक्स किस तरह पाया जाता है। पिन टक्स की हुंदा है, किसी भी कपड़े दे उत्ते असी बराबर दूरी पे निशान लगा के, सपोज करो वो 0.25 सेंटीमीटर है, असी कपड़े दे उत्ते वर्टिकली निशान लगा के उसनों इक्वल डिस्टेंस दे उत्ते स्टिचिंग दे नाल 3 दी चौड़ाई जिन्ना स्टिचिंग करके पिन टक्स बना सकते हैं। इसदा मेन पर्पस ये हुंदा है कि असी कपड़े नू डेकोरेट करना है ते कपड़े नू प्रॉपर फिट देना है। लाइक जिवें कि स्पेसिफिक एरिया है गारमेंट का, लाइक फ्रॉक का योक हो गया या जेंट्स गारमेंट्स की कोई पॉकेट होगी या साडे कोल स्लीव्स हो गया या कमर होगी, इन्हां सारियां चीज़ां दे उत्ते असीं पिन टक्स पाके असीं उसनूं डेकोरेट कर सकते हैं। जिवें कि फोटो विच तुसीं देख सकते हो स्क्रीन के उत्ते, असीं कपड़े दे उत्ते इक्वल पोर्शन छड्ड के, इक्वल डिस्टेंस छड्ड के कपड़े दे उत्ते मार्किंग करके ओदे उत्ते असीं पिन टक्स दा रूप दे सकदे हां। इस फोटो विच पिन टक्स स्टिचिंग तो बाद विच पिन टक्स की लुक किस तरह की हुंदी है, स्टिचिंग तो बाद विच पिन टक्स किस तरह के लगते हैं वो दिखाए गए हैं। सिलाई लगा के कपड़े के उत्ते उस तो बाद साडी लुक कपड़े के उत्ते पिन टक्स चली आएगी। नेक्स्ट है साडे कोल क्रॉस टक्स। क्रॉस टक्स जिवें कि इहदे नाम तो ही पता लगता है कि जिहड़े टक्स एक दूजे नूं क्रॉस करके पाए जाते हैं उन्हां नूं क्रॉस टक्स किया जाता है। एक कपड़े के उत्ते क्रॉस वाइज सेक्शन लेंथवाइज ते विड्थवाइज जदों असीं इन्हां नूं बनांदे हां तां ओहदी हेल्प नाल इह छोटे छोटे बॉक्सेस बनते हैं जिन्हों की चेक टक्स भी कह सकते हैं, which are shaped both on crosswise direction and in lengthwise direction, forming the effect. पिन टक्स से नहीं पाए जाते हैं लेंथवाइज डायरेक्शन विच भी widthwise विच भी, और वो से वर्टिकली एंड हॉरिजॉन्टली उस तो बाद साडे कोल एक टक दा इफेक्ट आ जांदा है जिस दी हेल्प नाल क्रॉस टक्स बन जाते हैं। स्लाइड दे विच असीं देख सकते हैं कि मशीन दे उत्ते मशीन दी कपड़े उत्ते असीं क्रॉस टक्स बनाए हुए हैं। नेक्स्ट है साडे कोल पाइप और कॉर्ड टक्स। पाइप जिवें कि पाइप तो सानू सिर्फ पता लगता है कि जो असी कॉर्ड या किसी तरह की
ਧਾਗੇ ਵਾਲੀ ਜਿਹੜੀ ਪਾਈਪ ਹੈ ਉਹਦੀ ਹੈਲਪ ਦੇ ਨਾਲ ਅਸੀਂ ਉਹਨੂੰ ਰੱਖ ਕੇ ਜਦੋਂ ਅਸੀਂ ਟਕਸ ਪਾਉਂਦੇ ਹਾਂ ਤਾਂ ਉਸਨੂੰ ਕੌਰਡ ਟਕਸ ਜਾਂ ਪਾਈਪਡ ਟਕਸ ਕਿਹਾ ਜਾਂਦਾ ਹੈ। Pipes or cord tucks are tucks made by placing the cord at the edge of the fold. ਜਦੋਂ ਅਸੀਂ ਕੱਪੜੇ ਨੂੰ 3 ਦੀ ਚੌੜਾਈ ਜਿੰਨਾ ਫੋਲਡ ਕਰਕੇ ਪੁੱਠੀ ਸਾਈਡ ਤੋਂ ਉਹਦੇ ਵਿੱਚ ਅਸੀਂ ਕੋਰਡ ਨੂੰ ਪਲੇਸ ਕਰਦੇ ਹਾਂ ਤਾਂ ਉਸਨੂੰ ਕੋਰਡ ਟਕਸ ਕਿਹਾ ਜਾਂਦਾ ਹੈ। A row of stitches are made close to the cord. ਸਟਿਚਿੰਗ ਜਦੋਂ ਅਸੀਂ ਕਰਨੀ ਹੈ, ਪਿਨ ਟਕਸ ਪਾਣਾ ਹੈ, ਕੱਪੜੇ ਦੇ ਵਿੱਚ ਕੋਰਡ ਨੂੰ ਹੋਲਡ ਕਰਕੇ ਅਸੀਂ ਉਹਦੇ ਬਿਲਕੁਲ ਨਾਲ ਸਿਲਾਈ ਲਗਾ ਕੇ ਕੋਰਡ ਟਕ ਨੂੰ ਬਣਾ ਸਕਦੇ ਹਾਂ। The stiffness of the tucks will depend on the type of cord used. ਜਿਹੜੀ ਟਕਸ ਦੀ ਸਟਿਫਨੈਸ ਹੈ ਇਹ ਕੋਰਡ ਅਸੀਂ ਕਿਸ ਤਰ੍ਹਾਂ ਦੀ ਯੂਜ਼ ਕਰਦੇ ਹਾਂ ਉਹਦੇ ਤੇ ਡਿਪੈਂਡ ਕਰਦਾ ਹੈ। The cord can be of any thickness. ਕੋਰਡ ਨੂੰ ਅਸੀਂ ਕਿਸੇ ਵੀ ਤਰ੍ਹਾਂ ਦੀ ਮੋਟਾਈ, ਘੱਟ ਚੌੜੀ ਜਾਂ ਜ਼ਿਆਦਾ ਚੌੜੀ ਉਹ ਯੂਜ਼ ਕਰਕੇ ਅਸੀਂ ਉਹਨੂੰ ਫਿਰ ਕੱਪੜੇ ਨੂੰ ਫੋਲਡ ਕਰਕੇ ਤੇ ਸਿਲਾਈ ਲਗਾ ਕੇ ਕੋਰਡ ਨੂੰ ਬਣਾ ਸਕਦੇ ਹਾਂ। ਜਿਵੇਂ ਕਿ ਇਸ ਫੋਟੋ ਵਿੱਚ ਤੁਸੀਂ ਦੇਖ ਸਕਦੇ ਹੋ ਸਾਈਡ ਤੋਂ ਸਾਨੂੰ ਕੋਰਡ ਦਿਖਦੀ ਹੈ। ਕੋਰਡ ਨੂੰ ਅਸੀਂ ਕੱਪੜੇ ਦੇ ਨਾਲ ਕਵਰ ਕੇ ਉੱਤੇ ਸਟਿਚ ਕੀਤੀ ਹੋਈ ਹੈ ਜਿਹਦੇ ਨਾਲ ਕਿ ਅਸੀਂ ਕੋਰਡ ਟਕਸ ਬਣਾ ਲਏ ਹਨ। ਇਸ ਬਾਡੀ ਵਿੱਚ ਵੀ ਤੁਸੀਂ ਕੋਰਡ ਟਕਸ ਵਾਲਾ ਕੱਪੜਾ ਦੇਖ ਸਕਦੇ ਹੋ ਕਿ ਕੋਰਡ ਲਗਾ ਕੇ ਪਿਨ ਟਕਸ ਪਾਏ ਹੋਏ ਨੇ। ਹੁਣ ਨੈਕਸਟ ਹੈ ਸਾਡੇ ਕੋਲ ਸ਼ੈਲ ਔਰ scallop tucks. Shell or scallop tucks resemble blanket stitch and produce a scalloped effect on the garment. ਇਹ blanket stitch ਦੇ ਨਾਲ ਮਿਲਦਾ ਜੁਲਦਾ ਹੈ। ਇਸ ਨੂੰ ਅਸੀਂ ਕੱਪੜੇ ਦੇ ਉੱਤੇ ਪਹਿਲਾਂ ਪਿਨ ਟਕਸ ਪਾ ਕੇ ਫਿਰ ਇਕੁਅਲ ਡਿਸਟੈਂਸਿਸ ਦੇ ਉੱਤੇ ਛੋਟੇ ਛੋਟੇ ਟਾਂਕੇ ਲਗਾ ਕੇ ਅਸੀਂ ਇਸ ਨੂੰ ਸ਼ੈਲ ਦੀ ਸ਼ੇਪ ਵਿੱਚ ਬਣਾ ਸਕਦੇ ਹਾਂ। ਸਕਰੀਨ ਦੇ ਉੱਤੇ ਤੁਸੀਂ ਇਹਨਾਂ ਦੋ ਪਿਕਚਰਸ ਵਿੱਚ ਦੋ ਸੈਂਪਲ ਦੇਖ ਸਕਦੇ ਹੋ ਜਿਨ੍ਹਾਂ ਵਿੱਚ ਕਿ ਅਲੱਗ-ਅਲੱਗ ਤਰੀਕੇ ਨਾਲ ਸ਼ੈਲ ਟਕਸ ਪਾਏ ਹੋਏ ਨੇ ਜੋ ਕਿ ਪਾਏ ਹੋਏ ਬਹੁਤ ਸੋਹਣੇ ਲੱਗਦੇ ਆ। ਹੁਣ ਕਰਦੇ ਹਾਂ ਅਸੀਂ ਡਾਇਮੰਡ ਟਕਸ ਬਾਰੇ। ਡਾਇਮੰਡ ਟਕਸ ਸਿੰਪਲ ਟਕਸ ਦੇ ਨਾਲ ਮਿਲਦਾ ਜੁਲਦਾ ਹੈ, ਬਸ ਅਸੀਂ ਇਸ ਦੀ ਥੋੜੀ ਸ਼ੇਪ ਚੇਂਜ ਕਰਨੀ ਹੁੰਦੀ ਹੈ। ਜਿਹੜੇ ਟਕਸ ਹੈ ਇਹਨਾਂ ਨੂੰ ਅਸੀਂ ਵਰਟੀਕਲੀ ਡਿਜ਼ਾਈਨਿੰਗ ਦੇ ਕੇ ਡਾਇਮੰਡ ਟਕਸ ਬਣਾ ਸਕਦੇ ਹਾਂ। ਸਿੰਪਲ ਟਕਸ hewn across the fabric and then stitched down in a back and manner making waves. ਇਹਨਾਂ ਨਾਲ ਟੇਢੀਆਂ ਲਾਈਨਾਂ ਕੱਪੜੇ ਦੇ ਉੱਤੇ ਅਸੀਂ ਬਣਾ ਕੇ ਡਾਇਗਨਲ ਬਣਾ ਕੇ ਇਹਨਾਂ ਦੀ ਹੈਲਪ ਦੇ ਨਾਲ ਅਸੀਂ ਵੇਵ ਦੀ ਲੁੱਕ ਦੇ ਕੇ ਇਹਨੂੰ ਜਾਂ ਡਾਇਮੰਡ ਦੀ ਲੁੱਕ ਦੇ ਕੇ ਡਾਇਮੰਡ ਟਕਸ ਨੂੰ ਬਣਾ ਸਕਦੇ ਹਾਂ। ਇਹ ਕੁਸ਼ਨ ਦੇ ਉੱਤੇ, ਬੈਡਸ਼ੀਟ ਦੇ ਉੱਤੇ ਪਾਏ ਹੋਏ ਬਹੁਤ ਸੋਹਣੇ ਲੱਗਦੇ ਆ। ਇਸ ਨੂੰ ਅਸੀਂ ਲੇਡੀਜ਼ ਸੂਟ, ਲੇਡੀਜ਼ ਟੌਪ ਦੇ ਉੱਤੇ ਵੀ ਪਾ ਸਕਦੇ ਹਾਂ। ਜਿਵੇਂ ਕਿ ਫੋਟੋ ਵਿੱਚ ਤੁਸੀਂ ਦੇਖ ਰਹੇ ਹੋ ਇਸ ਡਰੈਸ ਦੀ ਬਾਡੀ ਦੇ ਉੱਤੇ ਇਸ ਨੂੰ ਡਿਜ਼ਾਈਨ ਕਰਨ ਲਈ ਡਾਇਮੰਡ ਟਕਸ ਕ੍ਰੀਏਟ ਕੀਤੇ ਗਏ ਹਨ। ਹੁਣ ਹੈ ਸਾਡੇ ਕੋਲ ਵੇਵ ਟਕਸ। ਜਿਵੇਂ ਕਿ ਤੁਹਾਨੂੰ ਇਹਦੇ ਨਾਮ ਤੋਂ ਹੀ ਪਤਾ ਲੱਗਦਾ ਹੈ ਵੇਵ ਦਾ ਮੀਨਿੰਗ ਕੀ ਹੁੰਦਾ? ਲਹਿਰ। ਲਹਿਰ ਦੇ ਵਾਂਗੂ ਜਿਹੜੇ ਟਕਸ ਹਨ ਉਹਨਾਂ ਨੂੰ ਅਸੀਂ ਵੇਵ ਟਕਸ ਕਿਹਾ ਜਾਂਦਾ ਹੈ। ਇਹ ਲਹਿਰਾਂ ਪਾਣੀ ਦੀਆਂ ਲਹਿਰਾਂ ਦੀ ਤਰ੍ਹਾਂ ਲੱਗਦੀਆਂ ਹਨ। The wave tux starts as a modified tux but quickly transforms into a beautiful winding folds with just a few passes to swinging. Wave tux ਨਾਲ ਅਸੀਂ ਕੀ ਕਰਨਾ? ਸਭ ਤੋਂ ਪਹਿਲਾਂ ਕੱਪੜੇ ਦੇ ਉੱਤੇ ਸਿੰਪਲ ਟਕਸ ਪਾ ਕੇ ਉਹਦੇ ਉੱਤੇ ਇਕੁਅਲ ਡਿਸਟੈਂਸਿਸ ਦੇ ਉੱਤੇ ਨਿਸ਼ਾਨ ਲਗਾ ਲੈਣੇ ਹਨ। ਇਕੁਅਲ ਜਦੋਂ ਅਸੀਂ ਕੱਪੜੇ ਦੇ ਉੱਤੇ ਨਿਸ਼ਾਨ ਲਗਾ ਲਏ ਉਸ ਤੋਂ ਬਾਅਦ ਸਿਲਾਈ ਮਸ਼ੀਨ ਦੇ ਨਾਲ ਸਭ ਤੋਂ ਪਹਿਲਾਂ ਲਾਈਨ ਦੇ ਉੱਤੇ ਇੱਕ ਪਾਸੇ ਨੂੰ ਟਕਸ ਦਾ ਮੂੰਹ ਕਰਕੇ ਉਹਦੇ ਉੱਤੇ ਪਹਿਲਾਂ ਸਿਲਾਈ ਲਗਾਉਣੀ ਹੈ। ਸਾਰੇ ਪਿਨ ਟਕਸ ਦਾ ਮੂੰਹ ਇੱਕ ਲਾਈਨ ਦੇ ਵਿੱਚ ਇੱਕ ਪਾਸੇ ਨੂੰ ਹੀ ਹੋਣਾ ਚਾਹੀਦਾ ਹੈ। ਜਦੋਂ ਅਸੀਂ ਦੂਸਰੀ ਸਾਈਡ ਤੋਂ ਸਿਲਾਈ ਲਗਾਉਣੀ ਹੈ
दूजी साइड पे जिहड़े सिलाई लगांदे होए जिहड़े पिन टक्स का डायरैक्शन है वो ओहदे तो ऑपोजिट डायरैक्शन वाल होना चाहिए तां जो यह एक लहर की तरह नजर आए। इसी तरह जो असीं थर्ड रो विच स्टिचिंग करांगे तो ओहदा मूंह ओहदे नालों ऑपोजिट साइड होना चाहिए। इस तरह करके असीं वेव टक्स है जिहड़े असीं इन्हां नूं क्रिएट कर सकते हाँ। हुण असीं देखते हैं कि टक्स नूं असीं किन्ना किन्ना गारमेंट्स दे उत्ते किस तरह असीं इस नूं इंप्लीमेंट इहदे ते कर सकते हैं, किस तरह असीं टक्स नूं क्रिएट कर सकते हैं। जिवें कि कोई भी टॉप है या जेंट्स साडे कोल वास्टर है उसी पॉकेट ते पिन टक्स पा सकते हैं। जेंट्स शर्ट की आपां साइड दे उत्ते एक साइड उत्ते पिन टक्स पा के असीं उस नूं इन्हां नूं दे सकते हैं। किसी भी टॉप दे उत्ते बॉडी फ्रॉक दे उत्ते डायगनली स्ट्रेट या हॉरिजॉन्टल किसी भी तरह नाल असीं उस नूं इफेक्ट दे के टक्स नूं क्रिएट कर सकते हैं। किसी शर्ट दे उत्ते फ्रंट योक बैक योक या साडी साइड सीम वाली जिहड़ी जगह हुंदी है उस जगह ते असीं टक्स नूं पा के फुलनेस क्रिएट कर सकते हैं और किसी भी ड्रेस नूं इफेक्टिव दे सकते हैं। नैक्सट है साडे कोल फुलनेस की कड़ी दे विच गैदर्स। गैदर्स भाव हुंदा कि वल पाना। वल असीं किसी भी चीज पा सकते हैं। मोस्टली ये स्कर्ट्स के उत्ते घेरियां दे उत्ते ईवनिंग गाउन्स हो गए या वेस्टर्न ड्रेसिस हो गया इन्हां चीज़ों उत्ते असीं गैदर्स यूज कर सकते हैं। Gather is a sewing technique for shortening the length of a strip of fabric so that the longer piece can be attached to a shorter piece. Gathers असीं उस जगह ते पांदे हां जिथे कि साडे कोल कपड़ा ज़्यादा होवे ते उहनूं असीं टेक्नीक दे नाल गैदर टेक्नीक दे नाल एक स्पेसिफाई जिहड़ा साडे कोल साइज है उहदे विच असीं फुलनेस क्रिएट करनी होवे। मोस्टली यह घेरियां दे उत्ते ही यूज की जाती है या असीं इसनूं स्लीव्स दे उत्ते नाइटीज दे विच भी यूज कर सकते हैं। इट इज कॉमनली यूज्ड इन क्लॉथिंग मैनेज फुलनेस as one of full sleeves attached to the arm side or cuff of a shirt। जिस तरह कि मैं थानू हुणे दस्सिया ਇਹਨੂੰ ਅਸੀਂ sleeves ਦੇ ਵਿੱਚ ਵੀ use ਕਰ ਸਕਦੇ ਹਾਂ। ਜਿਵੇਂ ਅਸੀਂ puff sleeve ਬਣਾਉਂਦੇ ਹਾਂ puff sleeve ਦੇ ਅਸੀਂ ਉੱਪਰ ਵੀ use ਕਰ ਸਕਦੇ ਹਾਂ ਅਦਰ ਨੂੰ ਨੀਚੇ ਵੀ use ਕਰ ਸਕਦੇ ਹਾਂ ਜਾਂ shirt ਦੀ ਜਿਹੜਾ shirt ਦਾ cuff ਹੁੰਦਾ ਹੈ ਉਹਦੇ ਵਿੱਚ ਅਸੀਂ pleats ਪਾ ਸਕਦੇ ਹਾਂ ਜਾਂ lady shirt ਦੀ ਜਿਹੜੀ cuff ਹੁੰਦਾ ਹੈ cuff ਦੇ ਵਿੱਚ ਅਸੀਂ gathers ਪਾ ਕੇ ਉਹ sleeves ਨੂੰ ਅਸੀਂ ਥੋੜੀ fancy look ਦੇ ਸਕਦੇ ਹਾਂ। या फिर स्कर्ट्स नूं या फ्रॉक्स नूं जदों असीं बॉडी दे नाल जोड़ना है तां उस समय असीं गैदर्स दी वरतों कर सकते हैं। हुण गल करके गैदर्स नूं किस तरह क्रिएट कीता जा सकदा है। गैदर्स नूं असीं तीन तरीकिਆਂ ਨਾਲ पा सकते हैं। गैदर्स बाय हैंड, गैदर्स बाय मशीन एंड गैदरिंग बाय यूजिंग इलास्टिक। सब तो पहला असीं गल करते हैं गैदर्स बाय हैंड। जो असीं हथ नाल वल पाने हैं सब तो पहला जो असीं कोई भी कपड़ा लिया या फ्रॉक का घेरा लिया या असीं कोई सैंपल बना रहे हैं उहदे उत्ते असीं सिलाई मशीन दे नाल असीं कच्ची सिलाई लगा के जिन्नी सानू कमर चाहिदी है वेस्ट चाहिदी है ਉਹਨੂੰ ਅਸੀਂ ਧਾਗੇ ਨੂੰ खिंच के जिवें कि तुसीं फोटो देख रहे हो धागे ਨੂੰ खिंच के कमर के साइज के अकॉर्डिंगली असीं ਉਹਦੇ ਵਿੱਚ इक्वली बराबर बराबर दूरी पे वल पा के गैदर्स ਨੂੰ क्रिएट कर सकते हैं। नंबर 2 ते है साडे कोल गैदर्स बाय मशीन। गैदर्स ਨੂੰ ਅਸੀਂ मशीन ਦੇ ਨਾਲ भी डायरैक्टली पा सकते हैं। ਇਹਦੇ ਲਈ ਸਾਡੇ ਕੋਲ ਇੱਕ स्पैशल शू भी ਹੁੰਦਾ ਜਿਹੜਾ मशीन ਵਿੱਚ ਅਸੀਂ ਫਿਟ ਕਰਕੇ ਉਹਦੇ ਨਾਲ ਅਸੀਂ गैदर्स पा सकते हैं। बट इसनूं असीं मशीन दे नाल एज वेल एज हाथ दे नाल भी दोनों चीज़ां दे नाल असीं गैदर्स नूं पा सकते हैं। जे असीं किसी कपड़े ते घेरे दे उत्ते सिलाई लगानी शुरू कीती ते हाथ दे नाल
ਉਹਨੂੰ ਇਕੁਅਲ ਡਿਸਟੈਂਸ ਦੇ ਉੱਤੇ ਕੱਪੜੇ ਨੂੰ ਇਕੱਠਾ ਕਰਦੇ ਹੋਏ ਪ੍ਰੈਸ਼ਰ ਫੂਡ ਦੇ ਨੀਚੇ ਉਹਨੂੰ ਥੋੜਾ ਪੁਸ਼ ਕਰਦੇ ਹੋਏ ਅਸੀਂ ਮਸ਼ੀਨ ਦੇ ਨਾਲ ਗੈਦਰਸ ਪਾ ਕੇ ਆਪਣਾ ਪਰਪਸ ਸੋਲਵ ਕਰ ਸਕਦੇ ਹਾਂ। ਲਾਸਟ ਹੈ ਸਾਡੇ ਕੋਲ ਗੈਦਰਸ ਬਾਏ ਇਲਾਸਟਿਕ। ਇਲਾਸਟਿਕ ਦੇ ਨਾਲ ਵੀ ਗੈਦਰਸ ਪਾਏ ਜਾ ਸਕਦੇ ਹਨ, ਜਿਵੇਂ ਕਿ ਕੱਪੜੇ ਦੀ ਪੁੱਠੀ ਸਾਈਡ ਜਾਂ ਅਗਰ ਅਸੀਂ ਬੈਲਟ ਪਾਣੀ ਹੈ ਉਹਦੇ ਵਿੱਚ ਕੱਪੜੇ ਦੇ ਉੱਤੇ ਇਲਾਸਟਿਕ ਰੱਖ ਕੇ ਇਲਾਸਟਿਕ ਨੂੰ ਖਿੱਚ ਕੇ stretch elastic towards you and stitch। ਆਪਣੇ ਵੱਲ ਨੂੰ ਇੱਕ ਵਾਰ ਪਹਿਲਾਂ ਪ੍ਰੈਸ਼ਰ ਫੂਡ ਦੇ ਨੀਚੇ ਇਲਾਸਟਿਕ ਨੂੰ ਆਪਾਂ ਨੇ ਰੱਖਣਾ, ਉਸ ਤੋਂ ਬਾਅਦ ਆਪਣੇ ਵੱਲ ਨੂੰ ਖਿੱਚਦੇ ਹੋਏ ਜਦੋਂ ਅਸੀਂ ਸਿਲਾਈ ਮਾਰਾਂਗੇ ਤਾਂ ਉਹ ਆਟੋਮੈਟਿਕਲੀ ਕੱਪੜੇ ਦੇ ਵਿੱਚ ਗੈਦਰਸ ਦਾ ਇਫੈਕਟ ਆਉਣਾ ਸ਼ੁਰੂ ਹੋ ਜਾਏਗਾ, ਤਾਂ ਅਸੀਂ ਇਲਾਸਟਿਕ ਦੀ ਹੈਲਪ ਨਾਲ ਵੀ ਕੱਪੜੇ ਦੇ ਵਿੱਚ ਗੈਦਰਸ ਪ੍ਰੋਡਿਊਸ ਕਰ ਸਕਦੇ ਹਾਂ। ਇਸ ਸਲਾਈਡ ਦੇ ਵਿੱਚ ਅਸੀਂ ਅਲੱਗ-ਅਲੱਗ ਤਰੀਕਿਆਂ ਨਾਲ ਪਾਏ ਹੋਏ ਗੈਦਰਸ ਦੇਖ ਸਕਦੇ ਹਾਂ। ਇਸ ਵਿੱਚ ਫੋਟੋ ਦੇ ਵਿੱਚ ਹੱਥ ਨਾਲ ਪਾਏ ਹੋਏ ਕੱਚੇ ਦੇ ਨਾਲ ਪਾਏ ਹੋਏ ਗੈਦਰਸ ਵੀ ਨੇ, ਮਸ਼ੀਨ ਨਾਲ ਪਾਏ ਹੋਏ ਗੈਦਰਸ ਵੀ ਨੇ ਔਰ ਇਲਾਸਟਿਕ ਦੀ ਹੈਲਪ ਨਾਲ ਪਾਏ ਹੋਏ ਗੈਦਰਸ ਵੀ ਸ਼ੋ ਹੋ ਰਹੇ ਨੇ। ਤੇ ਐਂਡ ਵਿੱਚ ਲਾਸਟ ਵਿੱਚ ਸਾਡੇ ਕੋਲ ਫਰੋਕ ਦੇ ਘੇਰੇ ਦੇ ਉੱਤੇ ਫ੍ਰਿਲ ਦੇ ਰੂਪ ਵਿੱਚ ਸਾਨੂੰ ਗੈਦਰਸ ਨਜ਼ਰ ਆ ਰਹੇ ਨੇ। ਹੁਣ ਅਸੀਂ ਗੱਲ ਕਰਦੇ ਹਾਂ ਸ਼ੀਰਿੰਗ ਦੇ ਬਾਰੇ। ਸ਼ੀਰਿੰਗ ਕੀ ਹੁੰਦੀ ਹੈ? ਫੁੱਲਨੈਸ ਦੀ ਕੜੀ ਦੇ ਵਿੱਚ ਸ਼ੀਰਿੰਗ ਇੱਕ ਬਹੁਤ ਅੱਛਾ ਇੰਪੋਰਟੈਂਟ ਰੋਲ ਪਲੇ ਕਰਦੀ ਹੈ। ਸ਼ੀਰਿੰਗ ਹੁੰਦੀ ਕੀ ਹੈ? ਇਲਾਸਟਿਕ ਜਿਹੜੀ ਜ਼ੀਰੋ ਸਾਈਜ਼ ਦੀ ਇਲਾਸਟਿਕ ਆਉਂਦੀ ਹੈ ਉਹਦੀ ਹੈਲਪ ਦੇ ਨਾਲ ਕੱਪੜੇ ਦੇ ਵਿੱਚ ਜਦੋਂ ਗੈਦਰਸ ਦੇ ਇਫੈਕਟ ਨੂੰ ਪ੍ਰੋਡਿਊਸ ਕੀਤਾ ਜਾਂਦਾ ਹੈ ਉਸ ਨੂੰ ਅਸੀਂ ਸ਼ੀਰਿੰਗ ਕਹਿੰਦੇ ਹਾਂ। Shearing is two or more rows of gathers that are used to decorate parts of garments। ਇਹ garments ਦੇ parts ਨੂੰ decorate ਕਰਨ ਦੇ ਲਈ ਇੱਕ ਤਰੀਕਾ ਹੁੰਦਾ ਹੈ ਜਿਸ ਨੂੰ ਅਸੀਂ ਇੱਕ, ਦੋ ਜਾਂ ਹੋਰ ਵੀ ਇਸ ਤੋਂ ਜ਼ਿਆਦਾ ਕਈ ਲਾਈਨਾਂ ਬਣਾ ਕੇ ਅਸੀਂ shearing ਦਾ ਇਫੈਕਟ ਦੇ ਸਕਦੇ ਹਾਂ। Usually the sleeves, bodies or yoke। ਅਸੀਂ ਇਸ ਨੂੰ ਬਾਹਾਂ ਤੇ ਵੀ ਯੂਜ਼ ਕਰ ਸਕਦੇ ਹਾਂ, bodies ਦੇ ਉੱਤੇ ਤੇ ਯੋਕ ਦੇ ਉੱਤੇ ਅਸੀਂ ਇਹਨਾਂ ਨੂੰ ਯੂਜ਼ ਕਰਕੇ ਆਪਣੇ ਗਾਰਮੈਂਟ ਦੀ ਲੁੱਕ ਅਟਰੈਕਟਿਵ ਗ੍ਰੇਸਫੁਲ ਬਣਾ ਸਕਦੇ ਹਾਂ। The term is also sometimes used to refer to the pleats seen in stage curtains। एक shearing ਜਿਹੜਾ word ਹੈ ਇਹ term ਹੈ ਕਈ ਵਾਰ ਜਿਹੜੇ stage curtains ਲਏ ਹੁੰਦੇ ਆ ਉਹਦੇ ਤੇ ਜਿਹੜੇ pleats ਪਾਏ ਹੁੰਦੇ ਆ ਇਹ ਉੱਥੇ ਵੀ ਯੂਜ਼ ਕੀਤਾ ਜਾਂਦਾ। ਆਓ ਜਾਣਦੇ ਹਾਂ ਕਿ shearing ਨੂੰ ਅਸੀਂ ਕਿਸ ਤਰ੍ਹਾਂ ਪਾ ਸਕਦੇ ਹਾਂ। ਸਭ ਤੋਂ ਪਹਿਲਾਂ ਕੱਪੜੇ ਦੇ ਉੱਤੇ ਅਸੀਂ ਇਕੁਅਲ ਲਾਈਨਸ ਲਗਾਉਣੀਆਂ, ਜਿਵੇਂ ਕਿ ਅਸੀਂ ਪਿੰਟਕਸ ਨੂੰ ਬਣਾਉਂਦੇ ਹੋਏ ਲਾਈਨ ਲਗਾਈਆਂ ਸੀਗੀਆਂ। ਇਹ ਇਕੁਅਲ ਡਿਸਟੈਂਸ ਘੱਟੋ ਘੱਟ ਅੱਧਾ ਇੰਚ ਦਾ ਹੋ ਸਕਦਾ ਹੈ ਜਾਂ ਅੱਧਾ ਇੰਚ ਤੋਂ ਲੈ ਕੇ ਪੌਣਾ ਇੰਚ ਤੱਕ ਦਾ ਹੋ ਸਕਦਾ ਹੈ। ਨਿਸ਼ਾਨ ਲਗਾਉਣ ਤੋਂ ਬਾਅਦ ਅਸੀਂ ਮਸ਼ੀਨ ਦੀ ਜਿਹੜੀ ਬੋਬਿਨ ਹੁੰਦੀ ਹੈ ਨੀਚੇ ਮਸ਼ੀਨ ਦੇ ਨੀਚੇ ਅਸੀਂ ਜਿਸਨੂੰ ਖਿੜਕੀ ਕਹਿੰਦੇ ਹਾਂ ਉਸਦੇ ਉੱਤੇ ਅਸੀਂ ਇਸ ਸਕਰੀਨ ਦੇ ਉੱਤੇ ਦਿਖਾਈ ਹੋਈ ਇਲਾਸਟਿਕ ਹੈ ਉਹਨੂੰ ਅਸੀਂ ਭਰਾਂਗੇ। ਉਹਨੂੰ ਭਰਨ ਤੋਂ ਬਾਅਦ ਮਸ਼ੀਨ ਦੇ ਉੱਪਰਲੀ ਸਾਈਡ ਸਿੰਪਲ ਧਾਗਾ ਲਗਾ ਕੇ ਜਦੋਂ ਅਸੀਂ ਸਟਿਚਿੰਗ ਕਰਾਂਗੇ ਤਾਂ ਉਹ ਤੋਂ ਬਾਅਦ ਵਿੱਚ ਜਿਵੇਂ ਤੁਸੀਂ 1 ਨੰਬਰ ਫੋਟੋ 'ਚ ਦੇਖ ਰਹੇ ਹੋ ਇਸ ਤਰ੍ਹਾਂ ਦਾ ਸਾਡੇ ਕੋਲ ਸ਼ੀਰਿੰਗ ਦਾ ਇਫੈਕਟ ਆ ਜਾਏਗਾ। ਸੇਮ ਵੇ ਇੱਕ ਲਾਈਨ ਸਟਿਚ ਕਰਨ ਤੋਂ ਬਾਅਦ ਇਕੁਅਲ ਡਿਸਟੈਂਸਿਸ ਦੇ ਉੱਤੇ ਲਗਾਏ ਹੋਏ ਨਿਸ਼ਾਨਾਂ ਦੇ ਉੱਤੇ ਅਸੀਂ ਜਦੋਂ ਸਟਿਚਿੰਗ ਕਰਾਂਗੇ ਸਾਡੇ ਕੋਲ ਸ਼ੀਰਿੰਗ ਦਾ ਇਫੈਕਟ ਬਣ ਕੇ ਤਿਆਰ ਹੋ ਜਾਏਗਾ, ਜਿਸ ਨੂੰ ਅਸੀਂ ਕਿਸੇ ਡਰੈਸ ਤੇ, ਫਰੋਕ ਦੀ ਬੈਕ ਬਾਡੀ, ਫਰੰਟ ਬਾਡੀ ਜਾਂ ਕਮਰ ਦੇ ਉੱਤੇ, ਨੈਕ ਬੈਂਡ ਦੇ ਉੱਤੇ, ਸਲੀਵਸ ਦੇ ਉੱਤੇ ਪਾ ਕੇ ਅਸੀਂ ਉਹਨਾਂ ਨੂੰ ਯੂਜ਼ ਕਰ ਸਕਦੇ ਹਾਂ। ਇਸ ਫੋਟੋ 'ਚ ਜਿਵੇਂ ਤੁਸੀਂ ਦੇਖ ਰਹੇ ਹੋ ਕਿਡਸ ਡਰੈਸਿਸ ਦੇ ਵਿੱਚ ਅਸੀਂ ਨੈਕ ਲਾਈਨ ਦੇ ਉੱਤੇ ਸ਼ੀਰਿੰਗ ਇਫੈਕਟ ਦਿੱਤਾ ਹੋਇਆ ਹੈ, ਉਹਦੀ ਸਲੀਵ ਦੇ ਉੱਤੇ ਇਫੈਕਟ ਦਿੱਤਾ ਹੋਇਆ ਹੈ। ਇੱਕ ਬੇਬੀ ਦੀ ਜਿਹੜੀ ਫਰੋਕ ਹੈ ਉਹਦੀ ਫਰੰਟ ਬਾਡੀ, ਉਹਦੀਆਂ ਸਟ੍ਰਿਪਸ, ਦੈਨ ਵੇਸਟ ਦੇ ਉੱਤੇ ਵੀ ਅਸੀਂ ਸ਼ੀਰਿੰਗ ਦੇ ਨਾਲ ਇਫੈਕਟ ਦੇ ਕੇ ਗਾਰਮੈਂਟਸ ਨੂੰ ਸੋਹਣਾ ਬਣਾਇਆ ਹੋਇਆ। ਸ਼ੀਰਿੰਗ ਤੋਂ ਬਾਅਦ ਸਾਡੇ ਕੋਲ ਫੁੱਲਨੈਸ ਦੀ ਅਗਲੀ ਕੜੀ ਦੇ ਵਿੱਚ ਆਉਂਦੀ ਹੈ ਫ੍ਰਿਲਸ ਦੀ ਵਾਰੀ। ਫ੍ਰਿਲਸ ਕੀ ਹੁੰਦੀਆਂ ਹਨ? ਜਿਵੇਂ ਕਿ ਤੁਸੀਂ ਪਿਕਚਰ 'ਚ ਦੇਖ ਰਹੇ ਹੋ ਇਸ ਫਰੋਕ ਦੇ ਘੇਰੇ ਤੋਂ ਨੀਚੇ ਵਾਲੇ ਹਿੱਸੇ ਵਿੱਚ ਜਿੰਨੇ ਤੁਹਾਨੂੰ ਦਿਖ ਰਹੀਆਂ ਨੇ ਲਾਈਨਾਂ
ਉਹਦੇ ਵਿੱਚ ਜਿਹੜੀ ਕੱਪੜੇ ਦੀ ਫੁੱਲਨੈਸ ਕ੍ਰੀਏਟ ਕੀਤਾ ਉਹਨੂੰ ਹੀ ਅਸੀਂ ਫ੍ਰਿਲਸ ਕਿਹਾ ਜਾਂਦਾ ਹੈ। A strip of gathered or pleated material sewn onto a garment or larger piece of material as a decorative edging or ornament. ਇਹ ਇੱਕ ਕੱਪੜੇ ਦੀ ਸਟ੍ਰਿਪ ਦੀ ਤਰ੍ਹਾਂ ਹੁੰਦੀ ਹੈ ਜਿਸ ਵਿੱਚ ਕਿ ਅਸੀਂ ਗੈਦਰ ਹੁੰਦੇ ਆ ਉਹ ਗੈਦਰ ਦੇ ਹੈਲਪ ਦੇ ਨਾਲ ਜਦੋਂ ਅਸੀਂ ਕੱਪੜੇ ਦੀਆਂ ਸਟ੍ਰਿਪਸ ਨੂੰ ਅਲੱਗ-ਅਲੱਗ ਪਾਰਟਸ ਵਿੱਚ ਜੋੜਦੇ ਹਾਂ ਤਾਂ ਉਹ ਫ੍ਰਿਲਸ ਦਾ ਰੂਪ ਲੈ ਲੈਂਦੀ ਹੈ। ਹੁਣ ਅਸੀਂ ਫ੍ਰਿਲ ਦੀਆਂ ਕਿਸਮਾਂ ਬਾਰੇ ਜਾਣਦੇ ਹਾਂ ਕਿ ਫ੍ਰਿਲ ਕਿੰਨੇ ਕਿਸਮ ਦੀ ਹੁੰਦੀ ਹੈ। ਫ੍ਰਿਲ ਵਿੱਚ ਰਫਲ ਵਿੱਚ ਤੇ ਫਲਾਉਂਸ ਵਿੱਚ ਬਿਲਕੁਲ ਥੋੜਾ ਫਰਕ ਹੁੰਦਾ ਹੈ। ਤਾਂ ਆਓ ਅਸੀਂ ਗੱਲ ਕਰਦੇ ਹਾਂ ਕਿ ਇਹ ਫਰਕ ਕਿੰਨਾ ਕੈਟਾਗਰੀਜ਼ ਦਾ ਹੁੰਦਾ ਹੈ, ਕਿੱਥੇ ਇਹ ਫਰਕ ਹੁੰਦਾ ਹੈ। Frill is a gathered, pleated or bias cut fabric edging used on clothing. Frill ਇੱਕ gathered ਕੱਪੜਾ ਹੁੰਦਾ ਹੈ ਜਾਂ pleated ਹੁੰਦਾ ਹੈ ਔਰ ਜਾਂ ਅਸੀਂ ਇਸ ਨੂੰ frill ਨੂੰ bias cut ਜਿਹਨੂੰ ਅਸੀਂ ਔਰੇਪ ਕਹਿੰਦੇ ਹਾਂ ਤਿਰਛੇ ਰੂਪ ਵਿੱਚ ਵੀ ਅਸੀਂ ਇਸਦੀ ਕਟਿੰਗ ਕਰਕੇ ਕੱਪੜੇ ਦੇ ਉੱਤੇ ਇਸਦੀ ਵਰਤੋਂ ਕਰ ਸਕਦੇ ਹਾਂ ਅਕੋਰਡਿੰਗ ਟੂ ਦਾ design of dress. It also refers to something decorative or useful and desirable but not essential. ਸਾਨੂੰ ਅਗਰ ਕਿਸੇ ਚੀਜ਼ ਨੂੰ ਡੈਕੋਰੇਟ ਕਰਨਾ ਹੈ ਜਾਂ ਅਸੀਂ ਉਸਨੂੰ ਵਰਤੋਂ ਵਿੱਚ ਲਿਆਉਣਾ ਹੈ ਉਹ ਸਾਡੀ ਇੱਛਾ ਤੇ ਡਿਪੈਂਡ ਕਰਦਾ ਬਟ ਇਹ ਜ਼ਰੂਰੀ ਨਹੀਂ ਹੁੰਦਾ ਕਿ ਅਸੀਂ ਡਰੈਸ ਤੇ ਡਿਜ਼ਾਈਨ ਦੇ ਅਕੋਰਡਿੰਗਲੀ ਅਸੀਂ ਇਸਨੂੰ ਕਿੱਥੇ ਵਰਤਣਾ ਹੈ। ਅਸੀਂ ਇਸਨੂੰ ਨੈਕ ਡਿਜ਼ਾਈਨ ਤੇ ਯੂਜ਼ ਕਰਨਾ ਹੈ, ਸਲੀਵ ਡਿਜ਼ਾਈਨ ਤੇ ਯੂਜ਼ ਕਰਨਾ ਹੈ, ਘੇਰੇ ਤੇ ਯੂਜ਼ ਕਰਨਾ ਹੈ ਜਾਂ ਫੁੱਲ ਫਲੇਅਰ ਤੇ ਅਸੀਂ ਇਸਨੂੰ ਯੂਜ਼ ਕਰਨਾ ਹੈ। ਇਹ ਉਹਦੇ ਅਕੋਰਡਿੰਗਲੀ ਇਸਦੀ ਵਰਤੋਂ ਕੀਤੀ ਜਾਂਦੀ ਹੈ। ਅੱਗੇ ਸਾਡੇ ਕੋਲ ਇਸਦੀ ਕਿਸਮ ਰਫਲ। Ruffle is a pleated piece of decorative fabric often used as trim on fabrics. The word ruffle is mysterious, but it might be from the Low German word rufflian, which means to wrinkle. Ruffle word है शब्द है ਜਿਹਦਾ ਜਿਸਨੂੰ ਕਿ ਜਰਮਨ ਭਾਸ਼ਾ ਦੇ ਵਿੱਚ ਰਫਲੀਅਨ ਕਿਹਾ ਜਾਂਦਾ ਹੈ। ਇਸਦਾ ਮਤਲਬ ਹੈ to wrinkle. Wrinkle means ਤੇ ਵੱਲ ਪਾਣਾ। ਕਿਸੇ ਵੀ ਡਰੈਸ ਦੇ ਵਿੱਚ ਕੱਪੜੇ ਦੇ ਵਿੱਚ ਵੱਲ ਪਾਣਾ ਉਸਨੂੰ ਡੈਕੋਰੇਟ ਕਰਨ ਲਈ ਉਸਨੂੰ ਵੀ ਰਫਲ ਕਿਹਾ ਜਾਂਦਾ ਹੈ। A ruffle on bottom of a dress is like a fancy wrinkle. Ruffle ਨੂੰ ਦੋ ਸੀ ਡਰੈਸ ਘੇਰੇ ਦੇ ਸਭ ਤੋਂ ਨੀਚੀ ਜਗ੍ਹਾ ਦੇ ਉੱਤੇ ਅਸੀਂ ਯੂਜ਼ ਕਰਦੇ ਹਾਂ ਤਾਂ ਉਹਨੂੰ ਅਸੀਂ ਫੈਂਸੀ ਰਿੰਕਲ ਕਹਿ ਸਕਦੇ ਹਾਂ ਕਿ ਰਿੰਕਲ ਜਿਹੜੇ ਵੱਲ ਪਏ ਹੋਏ ਆ ਉਹ ਫੈਂਸੀ ਤਰੀਕੇ ਨਾਲ ਪਾਏ ਹੋਏ ਆ। ਥਰਡ ਕੈਟਾਗਰੀ ਵਿੱਚ ਸਾਡੇ ਕੋਲ ਆਉਂਦਾ ਫਲਾਉਂਸ। ਅਕੋਰਡਿੰਗ ਟੂ ਕਾਲਜ ਡਿਕਸ਼ਨਰੀ ਫਲਾਉਂਸ ਇਜ਼ ਅ into folds and put around the edge of something. Flounce is fold ਦੇ ਵਿੱਚ ਅਸੀਂ ਉਸਨੂੰ ਸਿਲਾਈ ਕਰਕੇ ਕਿਸੇ ਚੀਜ਼ ਦੇ ਕਿਨਾਰੇ ਉੱਤੇ ਉਹਨੂੰ ਅਸੀਂ ਜੋੜ ਦਈਏ ਉਸ ਚੀਜ਼ ਨੂੰ ਫਲਾਉਂਸ ਕਿਹਾ ਜਾਂਦਾ ਹੈ। ਐਗਜ਼ਾਮਪਲ ਦੇ ਤੌਰ ਤੇ a gown with the flounce around the hem or a skirt, tablecloth, curtain. ਇਸਨੂੰ ਫਲਾਉਂਸ ਨੂੰ ਅਸੀਂ ਗਾਊਨ ਦੇ ਨਿਚਲੇ ਘੇਰੇ ਦੇ ਉੱਤੇ, hem ਦੇ ਉੱਤੇ, ਸਕਰਟ ਦੇ ਘੇਰੇ ਦੇ ਉੱਤੇ, ਕਿਸੇ ਟੇਬਲ ਕਲੌਥ ਦੇ ਉੱਤੇ ਲਾ ਕਰਕੇ ਯੂਜ਼ ਕਰ ਸਕਦੇ ਹਾਂ। ਇਸ ਸਾੜੀ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਇਹਦੇ ਵਿੱਚ ਦੋ ਤੁਹਾਨੂੰ ਫ੍ਰਿਲਸ ਦਿਖ ਰਹੀਆਂ, ਦੋ ਲੇਅਰਸ ਦਿਖ ਰਹੀਆਂ ਜਿਹੜੀਆਂ ਕਿ ਰਫਲਸ ਦੀਆਂ ਬੈਸਟ ਐਗਜ਼ਾਮਪਲ। ਰਫਲਸ ਦੇ ਵਿੱਚ ਜਿਹੜੀ ਸਾਡੀ ਸਟਿਚਿੰਗ ਲਾਈਨ ਹੁੰਦੀ ਹੈ, ਸੀਮ ਲਾਈਨ ਹੁੰਦੀ ਆ, ਉਹਦੇ ਉੱਪਰ ਵੱਲ ਨਹੀਂ ਪੈਂਦੇ, ਜਿਹੜਾ ਉਹਦਾ ਐਂਡ ਹੁੰਦਾ ਉਸ ਜਗ੍ਹਾ ਦੇ ਉੱਤੇ ਸਾਡੇ ਕੋਲ ਜਿਹੜੇ ਗੈਦਰਸ ਆ ਉਹ ਨਜ਼ਰ ਆਉਂਦੇ। ਜਿਹੜੀਆਂ ਫ੍ਰਿਲਸ ਆ ਇਹ ਦੋ ਤਰ੍ਹਾਂ ਦੀਆਂ ਹੁੰਦੀਆਂ, ਫਲਾਉਂਸਿਸ ਐਂਡ ਰਫਲਸ ਤੇ ਦੋ ਤਰੀਕੇ ਨਾਲ ਪਾ ਸਕਦੇ ਹਾਂ। ਕੈਟਾਗਰੀ ਹੈ ਸਾਡੇ ਕੋਲ ਸਰਕੂਲਰ। ਸਰਕੂਲਰ ਦੇ ਵਿੱਚ ਕੀ ਹੁੰਦਾ, ਜਿੱਥੋਂ ਅਸੀਂ
ਸਟਿਚਿੰਗ ਲਾਈਨ ਨਾਲ ਇਸਨੂੰ ਚਲਾਉਂਦੇ ਹਾਂ ਤਾਂ ਸਾਡਾ ਬਿਲਕੁਲ ਇਹਦਾ ਸਰਫੇਸ ਸਮੂਥ ਹੋਏਗਾ। ਤੇ ਜਿਹੜਾ ਇਹਦਾ ਐਂਡ ਪਾਰਟ ਹੋਏਗਾ ਉਹਦੇ ਵਿੱਚ ਘੇਰੇ ਵਿੱਚ ਵੱਲ ਪੈਂਦੇ ਹੋਏ ਨਜ਼ਰ ਆਉਣਗੇ। ਤੇ ਰਫਲ ਵਿੱਚ ਕੀ ਹੁੰਦਾ, ਜਦੋਂ ਅਸੀਂ ਕਟਿੰਗ ਕਰਦੇ ਹਾਂ ਤਾਂ ਇਹ ਸੀਮ ਲਾਈਨ ਦੇ ਉੱਤੇ ਹੀ ਇਹਦੇ ਵਿੱਚ ਵੱਲ ਆਉਣੇ ਸ਼ੁਰੂ ਹੋ ਜਾਂਦੇ ਨੇ। ਜੋ ਵੱਲ ਉੱਪਰ ਆਉਂਦੇ ਆ ਉਹੀ ਵੱਲ ਸੇਮ ਨੀਚੇ ਆਉਂਦੇ ਆ। ਇਹਦੇ ਨਾਲ ਕੀ ਹੁੰਦਾ ਹੈ ਕਿ ਜਦੋਂ ਅਸੀਂ ਸਟਿਚਿੰਗ ਲਗਾਉਂਦੇ ਹਾਂ, ਸਟਿਚਿੰਗ ਦੇ ਨਾਲ ਜਿਹੜਾ ਸਾਡਾ ਕੱਪੜਾ ਹੁੰਦਾ ਉਹ ਉਸ ਜਗ੍ਹਾ ਤੋਂ ਮੋਟਾ ਮੋਟਾ ਸ਼ੁਰੂ ਹੋਇਆ तो काफी फुल है। उन्हें से कुछ टॉप्स दिखांगे। इन्ना टॉप्स विच जेडे साडे कोल रफल्स ते फ्रिल्स वरतों कीती हुई है। फर्स्ट एंड थर्ड दे विच जेडी डिजाइनिंग की हुई है ये रफल के रूप विच है, क्योंकि इन्हां दी जेडी सेम लाइन है उत्थों एक फ्लैट सरफेस है, स्मूथ सरफेस है एंड फिर अदर सानू नजर आ रही है। सैकेंड रो दे विच असी फ्रिल्स दी ऊपर भी गैदर्ड है ते नीचों भी सेम इफेक्ट आ रहा है। सेकेंड स्कर्ट टॉप वाली फोटो दे विच इस टॉप के विच इसको डेकोरेट चार तो 5 लेयर्स ਜਿਹੜਾ ਟੌਪ ਹੈ ਉਸਨੂੰ ਡੈਕੋਰੇਟ ਕੀਤਾ ਹੋਇਆ। ਇਸ ਡਰੈਸ ਦੇ ਵਿੱਚ ਅਸੀਂ ਜਿਹੜੀ ਬਾਡੀ ਦੇ ਕੇ ਅਸੀਂ ਇਸਨੂੰ ਡਿਜ਼ਾਈਨਿੰਗ ਦੇ ਨਾਲ ਇਫੈਕਟਿਵ ਲੁੱਕ ਦਿੱਤੀ ਹੋਈ ਹੈ ਤੇ ਸਲੀਵਸ ਦੇ ਉੱਤੇ ਵੀ ਗੈਦਰਿੰਗ ਦੇ ਨਾਲ ਅਸੀਂ ਇਸਨੂੰ ਅੰਬ੍ਰੇਲਾ ਟਾਈਪ ਲੁੱਕ ਦੇ ਕੇ ਅਸੀਂ ਇਸਨੂੰ ਇੰਪ੍ਰੈਸਿਵ ਜਿਹੜੀ ਹੈ ਇਹਦੇ ਵਿੱਚ ਅਸੀਂ 4 ਲੇਅਰਸ ਦੇ ਵਿੱਚ ਫ੍ਰਿਲਸ ਬਣਾਈਆਂ ਹੋਈਆਂ ਜਿਹਦੇ ਨਾਲ ਕਿ ਇਹਦੇ ਵਿੱਚ ਘੇਰਾ ਇਸਦਾ ਹੋਰ ਵੱਧ ਗਿਆ ਔਰ ਇੰਪ੍ਰੈਸਿਵ ਲੁੱਕ ਆ ਗਈ ਹੈ ਸਕਰਟ ਦੇ ਵਿੱਚ। ਸੇਮ ਵੇ ਨਾਲ ਅਸੀਂ ਇਹਨਾਂ ਦੋਨਾਂ ਗਾਊਨਸ ਵਿੱਚ ਦੇਖ ਸਕਦੇ ਹਾਂ ਕਿ ਇਹਨਾਂ ਦੇ ਘੇਰੇ ਦੇ ਉੱਤੇ ਫ੍ਰਿਲਸ ਦੀ ਵਰਤੋਂ ਕਰਕੇ ਅਸੀਂ ਇਹਨਾਂ ਦੇ ਫਲੇਅਰ ਨੂੰ ਵਧਾਇਆ। ਫਲੇਅਰ ਦੇ ਉੱਤੇ ਫ੍ਰਿਲ ਦੀ ਵਰਤੋਂ ਕਰਕੇ ਅਸੀਂ ਇਸਦੇ ਘੇਰੇ ਨੂੰ ਇਸਦੀ ਫੁੱਲਨੈਸ ਨੂੰ ਹੋਰ ਉਭਾਰਨ ਦੀ ਕੋਸ਼ਿਸ਼ ਕੀਤੀ ਹੋਈ ਹੈ ਤਾਂ ਜੋ ਇਹਨਾਂ ਜਿਹੜੇ ਗਾਊਨਸ ਹੈ ਇਹਨਾਂ ਦੀ ਲੁੱਕ ਇਫੈਕਟਿਵ ਲੱਗੇ ਤੇ ਇਹ ਪਹਿਨਣ ਵਿੱਚ ਵਧੀਆ ਲੱਗੇ। ਹੁਣ ਅਸੀਂ ਗੱਲ ਕਰਦੇ ਹਾਂ ਫੁੱਲਨੈਸ ਦੀ ਕੜੀ ਦੇ ਵਿੱਚ ਸਮੋਕਿੰਗ ਦੀ। ਸਮੋਕਿੰਗ ਕੀ ਹੁੰਦੀ ਹੈ? ਸਮੋਕਿੰਗ ਇੱਕ ਤਰ੍ਹਾਂ ਦੀ ਐਮਬਰਾਇਡਰੀ ਟੈਕਨੀਕ ਹੈ, ਇੱਕ ਤਰ੍ਹਾਂ ਦੀ ਕਢਾਈ ਦੀ ਉਹ ਟੈਕਨੀਕ ਹੈ ਜਿਹੜੀ ਕਿ ਬਹੁਤ ਸਾਲ ਹਜ਼ਾਰਾਂ ਸਾਲਾਂ ਪਹਿਲਾਂ ਦੀ ਸ਼ੁਰੂ ਕੀਤੀ ਹੋਈ ਹੈ। The name is coined only during 1700 in England। ਇਹ 1700 ਸਦੀ ਦੇ ਵਿੱਚ ਇੰਗਲੈਂਡ ਦੇ ਵਿੱਚ ਸ਼ੁਰੂ ਕੀਤੀ ਗਈ ਸੀਗੀ। The technique used at that time was gathering। ਉਸ ਸਮੇਂ ਇਸਨੂੰ ਗੈਦਰਿੰਗ ਦੀ ਟੈਕਨੀਕ ਦੇ ਨਾਲ ਹੀ ਜਾਣਿਆ ਜਾਂਦਾ ਸੀ। A full work shirt was gathered at the bodice and the sleeve। ਪੂਰੀ ਸ਼ਰਟ ਦੇ ਵਿੱਚ ਗੈਦਰਸ ਪਾ ਕੇ ਸਮੋਕਿੰਗ ਇਫੈਕਟ ਦਿੱਤਾ ਜਾਂਦਾ ਸੀ। This gathered effect in the garment was then called a smoke। ਔਰ ਇਸਨੂੰ ਉਦੋਂ ਸਮੋਕ ਕਿਹਾ ਜਾਣ ਲੱਗ ਗਿਆ। ਸਮੋਕਿੰਗ ਸ਼ੁਰੂ ਦੇ ਵਿੱਚ ਜਿਹੜੇ ਵਰਕਮੈਨ ਹੁੰਦੇ ਸੀ, ਕਾਰੀਗਰ ਹੁੰਦੇ ਸੀ, ਉਹਨਾਂ ਨੂੰ ਕੰਫਰਟੇਬਲ ਗਾਰਮੈਂਟਸ ਦੇਣ ਲਈ ਉਹਨਾਂ ਦੀ ਬਾਡੀ ਤੇ ਆਰਮਸ ਦੇ ਵਿੱਚ ਤਾਂ ਜੋ ਕੰਮ ਕਰਨ ਵਿੱਚ ਈਜ਼ੀ ਰਹਿ ਸਕਣ, ਉਹਨਾਂ ਦੀ ਬਾਡੀ ਦੀ ਮੂਵਮੈਂਟ ਵਧੀਆ ਹੋ ਸਕੇ, ਸਭ ਤੋਂ ਪਹਿਲਾਂ ਵਰਕਮੈਨ ਜਿਹੜੀ ਕੈਟਾਗਰੀ ਸੀ ਉਹਨਾਂ ਨੂੰ ਦਿੱਤੇ ਗਏ ਸੀ। ਪਰ ਹੌਲੀ ਹੌਲੀ ਇਹ ਜਿਹੜੇ ਸਮੋਕਡ ਗਾਰਮੈਂਟਸ ਹੈ, ਹੌਲੀ ਹੌਲੀ ਖੇਤੀਬਾੜੀ ਕਰਨ ਵਾਲੇ ਕਾਮੇ, ਵਪਾਰ ਕਰਨ ਵਾਲੇ ਜਾਂ ਜਿਹੜੇ ਭੇਡਾਂ ਚਰਾਉਣ ਵਾਲੇ ਸੀ ਸ਼ੈਫਰਡ, ਸ਼ੁਰੂ ਵਿੱਚ ਇਹ ਉਹਨਾਂ ਦੁਆਰਾ ਯੂਜ਼ ਕੀਤਾ ਜਾਂਦਾ ਸੀ। ਬਟ 19ਵੀਂ ਸਦੀ ਵਿੱਚ ਆ ਕੇ ਇਹ ਜਿਹੜੇ ਸਮੋਕਿੰਗ ਵਾਲੇ ਗਾਰਮੈਂਟਸ ਹੈ ਇਹ ਆਰਟਿਸਟ ਨੇ ਤੇ ਲੇਡੀਜ਼ ਨੇ ਅਡਾਪਟ ਕਰ ਲਏ ਸੀਗੇ ਤੇ ਹੌਲੀ ਹੌਲੀ ਇਸਨੂੰ ਮੋਡੀਫਾਈ ਕੀਤਾ ਗਿਆ ਫੈਂਸੀ ਐਮਬਰਾਇਡਰੀ ਦੇ ਵਿੱਚ। ਜਿਵੇਂ ਉਸ ਤੋਂ ਬਾਅਦ ਵਿੱਚ ਬੱਚਿਆਂ ਦੇ ਕੱਪੜਿਆਂ ਵਿੱਚ, ਸਿਲਕ ਦੇ ਕੱਪੜਿਆਂ ਵਿੱਚ, ਲੇਡੀਜ਼ ਦੇ ਕੱਪੜਿਆਂ ਵਿੱਚ
ਹੌਲੀ ਹੌਲੀ ਇਸ ਨੂੰ ਯੂਜ਼ ਕੀਤਾ ਜਾਣ ਲੱਗ ਗਿਆ। ਇਸ ਨੂੰ ਅਸੀਂ ਕਈ ਤਰ੍ਹਾਂ ਦੇ ਸਟਿਚਿਸ ਦੇ ਨਾਲ ਡੈਕੋਰੇਟ ਕਰ ਸਕਦੇ ਹਾਂ, ਬਣਾ ਸਕਦੇ ਹਾਂ, ਜਿਵੇਂ ਕਿ ਫੋਟੋ 'ਚ ਤੁਸੀਂ ਦੇਖ ਸਕਦੇ ਹੋ ਆਊਟਲਾਈਨ ਸਟਿਚ, ਕੇਬਲ ਸਟਿਚ, ਟ੍ਰੈਲਿਸ ਐਂਡ ਵੇਵ ਸਟਿਚ ਦੇ ਨਾਲ ਅਸੀਂ ਅਲੱਗ-ਅਲੱਗ ਤਰੀਕਿਆਂ ਨੂੰ ਯੂਜ਼ ਕਰਕੇ ਕੱਪੜਿਆਂ ਨੂੰ ਫੁੱਲਨੈਸ ਕ੍ਰੀਏਟ ਦੇ ਕੇ ਉਸ ਨੂੰ ਡੈਕੋਰੇਟ ਕਰ ਸਕਦੇ ਹਾਂ। ਇਸ ਫੋਟੋ 'ਚ ਤੁਸੀਂ ਅਲੱਗ-ਅਲੱਗ ਤਰ੍ਹਾਂ ਦੀਆਂ ਬੇਬੀ ਫਰੌਕਸ ਦੇਖ ਸਕਦੇ ਹੋ, ਜਿਨ੍ਹਾਂ ਕਿ ਅਸੀਂ ਬਾਡੀ, ਵੇਸਟ ਲਾਈਨ, ਫਰੰਟ ਸਾਈਡ ਅਸੀਂ ਸਮੋਕਿੰਗ ਦੇ ਨਾਲ ਡੈਕੋਰੇਟ ਕੀਤੀ ਹੋਈ ਹੈ, ਜੋ ਕਿ ਬੱਚਿਆਂ ਦੇ ਪਾਏ ਹੋਏ ਬਹੁਤ ਇਫੈਕਟਿਵ ਲੱਗਦੇ ਹੈ ਤੇ ਬੱਚੇ ਪਾ ਕੇ ਕੰਫਰਟੇਬਲ ਰਹਿੰਦੇ ਨੇ। ਲਾਸਟ ਵਿੱਚ ਅਸੀਂ ਗੱਲ ਕਰਦੇ ਹਾਂ ਫਲੇਅਰ ਬਾਰੇ। ਫਲੇਅਰ ਕੀ ਹੁੰਦਾ? ਕਿਸੇ ਡਰੈਸ ਦਾ ਘੇਰਾ ਜਿਸ ਨੂੰ ਅਸੀਂ ਫੁੱਲਨੈਸ ਕ੍ਰੀਏਟ ਕਰਨ ਲਈ ਬਣਾਇਆ ਹੋਇਆ, ਉਸ ਨੂੰ ਹੀ ਘੇਰਾ ਕਿਹਾ ਜਾਂਦਾ ਹੈ। Flare is an extra piece of fabric in which the shape of a circular sector which is set into a garment, usually dress or skirt. ਕਿਸੇ ਡਰੈਸ ਦਾ ਸਕਰਟ ਦੇ ਵਿੱਚ ਗੋਲਾ ਆਕਾਰ ਸ਼ੇਪ ਦੇ ਵਿੱਚ ਉਹਦਾ ਘੇਰਾ ਵਧਾਉਣ ਨੂੰ ਹੀ ਫਲੇਅਰ ਕਿਹਾ ਜਾਂਦਾ ਹੈ। ਜਿਵੇਂ ਕਿ ਇਸ ਡਰੈਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ, ਇਸ ਦਾ ਜਿਹੜਾ ਘੇਰਾ ਹੈ ਉਹ ਏ ਲਾਈਨ ਹੈ। ਇਸ ਨੂੰ ਅਸੀਂ ਏ ਲਾਈਨ ਦੇ ਸ਼ੇਪ ਦੇ ਵਿੱਚ ਇਹਦਾ ਘੇਰਾ ਬਣਾਇਆ ਹੋਇਆ ਹੈ। ਨੈਕਸਟ ਸਾਡੇ ਕੋਲ ਇਹਨਾਂ ਗਾਊਨਸ ਦੇ ਵਿੱਚ ਘੇਰੇ ਨੂੰ ਡਬਲ ਕਰਕੇ ਉਹਦੇ ਉੱਤੇ ਫ੍ਰਿਲਸ ਦੀ ਯੂਜ਼ ਕਰਕੇ ਇਹਨਾਂ ਦੇ ਘੇਰੇ ਨੂੰ ਉਭਾਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਜੋ ਕਿ ਪਾਏ ਹੋਏ ਬਹੁਤ ਸੋਹਣੇ ਲੱਗਦੇ ਹੈ। ਅਸੀਂ ਕਿਸੇ ਵੀ ਡਰੈਸ ਦੇ ਵਿੱਚ ਫ੍ਰਿਲਸ, ਗੈਦਰਸ, ਰਫਲਸ ਦੀ ਵਰਤੋਂ ਕਰਕੇ ਉਹਦੀ ਘੇਰੇ ਨੂੰ ਹੋਰ ਵੀ ਜ਼ਿਆਦਾ ਬਣਾ ਸਕਦੇ ਹਾਂ। ਇਹਨਾਂ ਡਰੈਸਿਸ ਦੇ ਵਿੱਚ ਅਲੱਗ-ਅਲੱਗ ਤਰੀਕੇ ਨਾਲ ਅਸੀਂ ਘੇਰੇ ਦੇ ਵਿੱਚ ਸ਼ੇਪਸ ਨੂੰ ਅਲੱਗ-ਅਲੱਗ ਤਰੀਕੇ ਨਾਲ ਦੇ ਕੇ ਅਸੀਂ ਘੇਰੇ ਨੂੰ ਇਫੈਕਟਿਵ ਬਣਾਇਆ ਹੋਇਆ ਹੈ। ਘੇਰੇ ਅਸੀਂ ਕਈ ਤਰ੍ਹਾਂ ਨਾਲ ਬਣਾ ਸਕਦੇ ਹਾਂ, ਜਿਵੇਂ ਕਿ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ। ਇਹਨਾਂ ਵਿੱਚ ਅਸੀਂ ਅਲੱਗ-ਅਲੱਗ ਤਰੀਕੇ ਦੇ ਜਿਹੜੇ ਫੁੱਲਨੈਸ ਟਾਈਪਸ ਹੈ ਉਹ ਯੂਜ਼ ਕਰਕੇ ਆਪਾਂ ਘੇਰਿਆਂ ਨੂੰ ਬਹੁਤ ਇਫੈਕਟਿਵ ਬਣਾ ਸਕਦੇ ਹਾਂ, ਜਿਨ੍ਹਾਂ ਵਿੱਚ ਕਿ ਮੇਨ ਏ ਲਾਈਨ, ਯੋਕ ਸਕਰਟ, ਹਾਈਵੇ ਸਕਰਟ, ਪੈਨਸਿਲ ਸਕਰਟ, ਪੈਨਲ ਸਕਰਟ, ਜਿਹਦੇ ਵਿੱਚ ਕਿ ਅਸੀਂ ਕਈ ਤਰ੍ਹਾਂ ਦੇ ਫ੍ਰਿਲਸ ਦੀ ਵਰਤੋਂ ਕਰ ਸਕਦੇ ਹਾਂ, ਹੈਂਕਰਚੀਫ ਸਕਰਟ, ਅਸਿਮੈਟ੍ਰੀਕਲ ਸਕਰਟਸ ਹੈ, ਹਾਈ ਲੋ ਸਕਰਟਸ ਹੈ, ਟਾਇਰਡ ਸਕਰਟਸ ਜਿਵੇਂ ਕਿ 2 ਟਾਇਰ ਜਾਂ ਮਲਟੀ ਟਾਇਰ ਸਕਰਟਸ ਹੈ, ਜਿਨ੍ਹਾਂ ਵਿੱਚ ਕਿ ਅਸੀਂ ਕਈ ਮਲਟੀ ਫ੍ਰਿਲਸ ਪਾ ਕੇ ਅਸੀਂ ਉਹਨਾਂ ਦੇ ਘੇਰੇ ਨੂੰ ਵਧਾਉਣ ਵਿੱਚ ਉਹਨਾਂ ਦੀ ਹੈਲਪ ਕਰ ਸਕਦੇ ਹਾਂ। ਸਟ੍ਰੇਟ ਸਕਰਟ ਦੇ ਉੱਤੇ ਅਸੀਂ ਫ੍ਰਿਲ ਲਗਾ ਕੇ ਉਸਨੂੰ ਅਸੀਂ ਪੈਪਲਮ ਸ਼ੇਪ ਦੇ ਸਕਦੇ ਹਾਂ। ਮਰਮੇਡ ਸਕਰਟ ਵਿੱਚ ਉੱਪਰੋਂ ਅਸੀਂ ਸਟ੍ਰੇਟ ਕਟਿੰਗ ਕਰਕੇ ਨੀਚੋਂ ਘੇਰੇ ਦੇ ਵਿੱਚ ਰਫਲ ਯੂਜ਼ ਕਰਕੇ ਅਸੀਂ ਉਸਨੂੰ ਮਰਮੇਡ ਸ਼ੇਪ ਦੇ ਸਕਦੇ ਹਾਂ। ਇਸ ਤੋਂ ਬਿਨਾਂ ਅਸੀਂ ਹੋਰ ਵੀ ਕਈ ਤਰੀਕਿਆਂ ਨਾਲ ਆਪਣੇ ਜਿਹੜੇ ਘੇਰੇ ਹੈ ਇਹਨਾਂ ਨੂੰ ਅਸੀਂ ਇੰਪ੍ਰੈਸਿਵ ਬਣਾ ਸਕਦੇ ਹਾਂ, ਜਿਵੇਂ ਕਿ ਕਾਊਲ ਸ਼ੇਪ, ਅਕੋਰਡੀਅਨ, ਅਸਿਮੈਟ੍ਰੀਕਲ, ਸਰਕੂਲਰ ਟਾਈਪ, ਨਾਈਫ ਪਲੇਟਸ, ਟਿਊਲਿਪ ਸ਼ੇਪ। ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਅਸੀਂ ਆਪਣੇ ਜਿਹੜੇ ਕਿਸੇ ਵੀ ਡਰੈਸ ਦੇ ਘੇਰੇ ਨੂੰ ਫੁੱਲਨੈਸ ਦੇ ਸਕਦੇ ਹਾਂ। ਤਾਂ ਇਹ ਸੀਗਾ ਮੇਰਾ ਅੱਜ ਦਾ ਟੌਪਿਕ। ਉਮੀਦ ਹੈ ਸਟੂਡੈਂਟਸ ਕਿ ਤੁਹਾਨੂੰ ਇਹ ਸਾਰਾ ਮੇਰਾ ਟੌਪਿਕ ਕਲੀਅਰ ਹੋ ਗਿਆ ਹੋਏਗਾ। ਤਾਂ ਕੁਐਰੀ ਸੈਸ਼ਨ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨੂੰ ਆਪਣੇ ਡਿਪਾਰਟਮੈਂਟ ਵੱਲੋਂ ਇੱਕ ਇਨਫੋਰਮੇਸ਼ਨ ਦੇਣਾ ਚਾਹੁੰਦੀ ਹਾਂ। ਸਾਡੇ ਡਿਪਾਰਟਮੈਂਟ ਆਫ ਟੈਕਨੀਕਲ ਐਜੂਕੇਸ਼ਨ ਐਂਡ ਇੰਡਸਟਰੀਅਲ ਟ੍ਰੇਨਿੰਗ ਪੰਜਾਬ ਨੇ ਪਲੇਸਮੈਂਟ ਦਾ ਜੋ ਇਸ ਕਰੋਨਾ ਵਾਇਰਸ ਦੇ ਚਲਦੇ ਹੋਏ ਵੀ ਜੋ ਬੀੜਾ ਉਠਾਇਆ ਹੈ, ਉਸ ਨੂੰ ਪੂਰਾ ਕਰਨ ਦੇ ਲਈ ਪੂਰੇ ਤਨ ਮਨ ਦੇ ਨਾਲ ਸਾਡੇ ITI ਦੇ ਸਟਾਫ, ਸਾਡੇ ਡਾਇਰੈਕਟੋਰੇਟ ਸਟਾਫ ਇਹ ਪੂਰੇ ਦਿਨ ਰਾਤ ਇਹਨਾਂ ਨੇ ਇੱਕ ਕੀਤਾ ਹੋਇਆ ਤੇ ਉਸੇ ਕੜੀ ਦੇ ਵਿੱਚ ਚੱਲਦੇ ਲੁਧਿਆਣੇ ਇੰਡਸਟਰੀਜ਼ ਦੇ ਵਿੱਚ ਸਾਡੇ ਕੋਲ ਕਈ ਤਰ੍ਹਾਂ ਦੀਆਂ ਵੈਕੈਂਸੀਜ਼ ਦੀ ਡਿਮਾਂਡ ਹੈ, ਜਿਨ੍ਹਾਂ ਦੇ ਲਈ ਤੁਸੀਂ ਅਪਲਾਈ ਕਰਕੇ ਆਪਣੇ ਫਿਊਚਰ ਨੂੰ ਬ੍ਰਾਈਟ ਬਣਾ ਸਕਦੇ ਹੋ। ਸਾਡੇ ਲੁਧਿਆਣਾ ਵਿੱਚ ਜਿਹੜੀ ITI ਚੱਲ ਰਹੀ ਹੈ, ਉਹਨਾਂ ਦੇ ਪ੍ਰਿੰਸੀਪਲ ਵੱਲੋਂ ਸਾਡੇ ਟੈਕਨੀਕਲ ਬੋਰਡ ਦੀ ਹੈਲਪ ਦੇ ਨਾਲ ਇੱਕ ਉੱਥੇ 15 ਜੂਨ ਤੋਂ ਲਗਾਤਾਰ ਇੱਕ ਵਰਚੁਅਲ ਪਲੇਸਮੈਂਟ ਡਰਾਈਵ ਚੱਲ ਰਹੀ ਹੈ,
ਜਿਸ ਵਿੱਚ ਕਿ ਕੰਪਨੀਆਂ ਨੂੰ ਮਸ਼ੀਨਿਸਟ, ਟਰਨਰ, ਫਿਟਰ, ਵੈਲਡਰ ਅਤੇ ਹੋਰ ਟ੍ਰੇਡਾਂ ਨਾਲ ਸਕਿਲਡ ਵਰਕਰਸ ਦੀ ਜ਼ਰੂਰਤ ਹੈ, ਜੋ ਕਿ ਸਾਡੇ ITI ਤੋਂ ਹੀ ਪੜ੍ਹ ਕੇ ਜਾਂਦੇ ਹਨ। ਸਾਡੇ ITI ਸਕਿਲਡ ਜਿਹੜੇ ਕੈਂਡੀਡੇਟਸ ਆ ਉਹਨਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਤਾਂ ਇਸ ਲਈ ਤੁਸੀਂ ਸਕਰੀਨ ਤੇ ਦਿੱਤੇ ਹੋਏ ਲਿੰਕ ਤੇ ਜਾ ਕੇ ਇਹਦੇ ਲਈ ਅਪਲਾਈ ਕਰ ਸਕਦੇ ਹੋ ਤੇ ਆਪਣੇ ਫਿਊਚਰ ਨੂੰ ਬ੍ਰਾਈਟ ਬਣਾ ਸਕਦੇ ਹੋ ਤੇ ਆਪਣੇ ਆਪ ਨੂੰ ਇੰਪਲੋਇਡ ਕਰ ਸਕਦੇ ਹੋ। ਸਾਡੀ ਰਜਿਸਟ੍ਰੇਸ਼ਨ ਤੋਂ ਬਾਅਦ ਸਾਡੀ ਸਿਲੈਕਸ਼ਨ ਦੇ ਲਈ ਸਾਡੀ ਜ਼ੂਮ ਐਪ ਤੇ WhatsApp ਰਾਹੀਂ ਇੰਟਰਵਿਊ ਕਰਵਾਈ ਜਾਏਗੀ ਤੇ ਉਸ ਤੋਂ ਬਾਅਦ ਸਾਨੂੰ ਜੁਆਇਨਿੰਗ ਡੇਟ ਦਿੱਤੀ ਜਾਏਗੀ। ਇਸ ਲਈ ਮੇਰੀ ਸਾਰੇ ਆਪਣੇ ਕੁਲੀਗਸ ਨੂੰ, ਆਪਣੇ ਸਟੂਡੈਂਟਸ ਨੂੰ ਰਿਕੁਐਸਟ ਹੈ ਕਿ ਆਪਣੇ ਨਾਲ ਕਨੈਕਟਡ ITI ਦੇ ਜਿੰਨੇ ਵੀ ਸਟੂਡੈਂਟ ਹਨ ਉਹਨਾਂ ਨੂੰ ਵੱਧ ਤੋਂ ਵੱਧ ਇਹ ਲਿੰਕ ਸ਼ੇਅਰ ਕੀਤਾ ਜਾਵੇ ਤਾਂ ਜੋ ਸਾਡੀ 100% ਪਲੇਸਮੈਂਟ ਹੋ ਸਕੇ। ਇਹਨਾਂ ਕਹਿੰਦੇ ਹੋਏ ਮੈਂ ਆਪਣਾ ਲੈਕਚਰ ਖਤਮ ਕਰਨਾ ਚਾਹਾਂਗੀ। ਹੁਣ ਜੇ ਕਿਸੇ ਸਟੂਡੈਂਟ ਦੀ ਕੋਈ ਕੁਐਰੀ ਹੈ ਤਾਂ ਪਲੀਜ਼ ਉਹ ਮੇਰੇ ਤੋਂ ਪੁੱਛ ਸਕਦਾ ਹੈ। ਥੈਂਕ ਯੂ ਆਲ। ਹੁਣ हेलो मनिंदर मैडम, मैं प्रभजोत बोल रही हाँ। हाँ जी मैडम बहुत वधिया लेक्चर ਤੁਹਾਡਾ, ਬੱਚਿਆਂ ਨੂੰ ਬੜੀ ਡਿਟੇਲ ਨਾਲ ਸਮਝ ਆਇਆ ਹੋਏਗਾ। थैंक यू मैम, थैंक यू सो मच। हाँ जी थैंक यू जी। ओके जी। कोई होर कैंडिडेट जिसने मैनू पूछना होवे, किसी भी तरह की क्वेरी होवे पूछ सकदा है। सत श्री अकाल मनिंदर मैम। सत श्री अकाल जी। वेरी नाइसली प्रिपेयर्ड लेक्चर सी, बहुत अच्छा लगा। दौड़ भज करके मैं आज थोड़ा 15 मिनट का लेक्चर तुहाडा सुनिया। अच्छा जी। एंड थैंक यू मैम। विश मी गुड लक टू फॉर माय लेक्चर। थैंक यू। हाँ जी हाँ जी, ऑल द बेस्ट जी। इस तो नेक्स्ट लेक्चर थाड़ा ही है जी। जी मैम। हाँ जी थैंक यू सो मच। फिर भी अपना लेक्चर ਹੁੰਦੇ ਹੋਏ ਵੀ ਤੁਸੀਂ ਮੇਰੇ ਲੈਕਚਰ ਚ ਆਏ, ਉਹਦੇ ਲਈ ਤੁਹਾਡਾ ਬਹੁਤ ਬਹੁਤ ਥੈਂਕਸ। ਮਾਈ ਪਲੇਜ਼ਰ ਮੈਮ, ਮਾਈ ਪਲੇਜ਼ਰ ਜੀ। ਹਾਂਜੀ ਮਨਜਿੰਦਰ ਮੈਮ ਦਾ ਵੀ ਮੈਂ ਥੈਂਕ ਕਰਨਾ ਚਾਹੁੰਦੀ ਹਾਂ। ਮੇਰੇ ਤੋਂ ਪਹਿਲਾ ਲੈਕਚਰ ਉਹਨਾਂ ਦਾ ਹੀ ਸੀਗਾ, ਉਹਦੇ ਬਾਵਜੂਦ ਵੀ ਉਹ ਮੇਰੇ ਲੈਕਚਰ ਵਿੱਚ ਨਾਲ ਦੀ ਨਾਲ ਉਹਨਾਂ ਨੇ ਜੁਆਇਨ ਕੀਤਾ। ਮੈਂ ਆਪਣੇ ਸਾਰੇ ਕੁਲੀਗਸ ਦਾ ਥੈਂਕ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਨੇ ਮੈਨੂੰ ਲੈਕਚਰ ਦੇ ਵਿੱਚ ਜੁਆਇਨ ਕੀਤਾ। ਥੈਂਕ ਯੂ ਟੂ ਆਲ ਮਾਈ ਡੀਅਰ ਕੁਲੀਗ। ਜੀ ਮੈਮ। Okay ma'am, thank you so much ji ma'am, thank you। Okay ji, thank you ma'am।